ਪਿਆਰੇ ਬੱਚਿਓ, ਤੁਹਾਡਾ ਅੱਜ ਦੀ ਫਿਜ਼ਿਕਸ ਕਲਾਸ ਵਿੱਚ ਬਹੁਤ-ਬਹੁਤ ਸਵਾਗਤ ਹੈ। ਸੋ ਅੱਜ ਬੇਟੇ ਅਸੀਂ ਯੂਨਿਟ 2 ਸਟਾਰਟ ਕਰਨ ਜਾ ਰਹੇ ਹਾਂ, ਕਾਈਨੈਮੈਟਿਕਸ। ਸੋ ਇਹ ਜਿਹੜਾ ਯੂਨਿਟ ਹੈ ਇਹਦੇ 4 ਮੇਨ ਪਾਰਟਸ ਹੈ। ਪਹਿਲਾ ਪਾਰਟ ਹੈ ਕਾਈਨੈਮੈਟਿਕਸ ਯੂਨੀਫਾਰਮ ਮੋਸ਼ਨ, ਦੂਜਾ ਪਾਰਟ ਹੈ ਕਾਈਨੈਮੈਟਿਕਸ ਯੂਨੀਫਾਰਮਲੀ ਐਕਸਲੇਟਡ ਮੋਸ਼ਨ, ਤੇ ਤੀਜਾ ਹੈ ਕਾਈਨੈਮੈਟਿਕਸ ਵੈਕਟਰਸ, ਤੇ ਚੌਥਾ ਹੈ ਕਾਈਨੈਮੈਟਿਕਸ ਮੋਸ਼ਨ ਇਨ ਅ ਪਲੇਨ। ਸੋ ਅੱਜ ਦਾ ਬੇਟੇ ਜਿਹੜਾ ਲੈਕਚਰ ਹੈ ਉਹਦੇ ਚ ਅਸੀਂ ਯੂਨੀਫਾਰਮ ਮੋਸ਼ਨ ਦੇ ਬਾਰੇ ਚ ਡਿਸਕਸ ਕਰਾਂਗੇ। ਤੇ ਆਓ ਅਸੀਂ ਜਾਣਦੇ ਹਾਂ ਅਬਾਊਟ ਯੂਨੀਫਾਰਮ ਮੋਸ਼ਨ। ਸੋ ਯੂਨੀਫਾਰਮ ਮੋਸ਼ਨ ਦੇ ਵਿੱਚ ਜਿਹੜਾ ਹੈ ਬੇਟੇ ਸਭ ਤੋਂ ਪਹਿਲਾਂ ਜਿਹੜੀ ਮੇਨ ਬ੍ਰਾਂਚ ਹੈ ਫਿਜ਼ਿਕਸ ਦੀ ਮਕੈਨਿਕਸ, ਠੀਕ ਹੈ। ਤੇ ਮਕੈਨਿਕਸ ਦੀ ਜਦੋਂ ਅਸੀਂ ਡੈਫੀਨੇਸ਼ਨ ਪੜ੍ਹਦੇ ਹਾਂ ਤਾਂ ਮਕੈਨਿਕਸ ਇਜ਼ ਦਾ ਬ੍ਰਾਂਚ ਆਫ ਫਿਜ਼ਿਕਸ which deals with the study of motion of material objects is called mechanics। ਮਤਲਬ ਜਦੋਂ ਅਸੀਂ ਕਿਸੇ ਮਟੀਰੀਅਲ ਆਬਜੈਕਟ ਦੇ ਮੋਸ਼ਨ ਦੀ ਸਟੱਡੀ ਕਰਦੇ ਹਾਂ, ਠੀਕ ਹੈ ਨਾ, ਤਾਂ ਉਹਨੂੰ ਆਪਾਂ ਕਿਆ ਕਹਿ ਦਿੰਦੇ ਹਾਂ, ਮਕੈਨਿਕਸ ਕਹਿ ਦਿੰਦੇ ਹਾਂ। ਸੋ ਇਹ ਜਿਹੜੀ ਮਕੈਨਿਕਸ ਹੈ ਇਹਦੇ ਤਿੰਨ ਪਾਰਟਸ ਹੈ, ਮੇਨ ਤਿੰਨ ਬ੍ਰਾਂਚेस ਹੈ ਇਹਦੀਆਂ। ਸੋ ਪਹਿਲੀ ਬ੍ਰਾਂਚ ਜਿਹੜੀ ਆ ਉਹ ਸਟੈਟਿਕਸ ਹੈ, ਦੂਜੀ ਬ੍ਰਾਂਚ ਜਿਹੜੀ ਹੈ ਉਹ ਕਾਈਨੈਮੈਟਿਕਸ ਹੈ, ਤੇ ਤੀਜੀ ਬ੍ਰਾਂਚ ਜਿਹੜੀ ਹੈ ਉਹ ਡਾਇਨਾਮਿਕਸ ਹੈ। ਸੋ ਵਾਟ ਇਜ਼ ਸਟੈਟਿਕਸ? Statics is the branch of mechanics which deals with the study of material objects at rest। ਜਦੋਂ ਕੋਈ ਆਬਜੈਕਟ ਜਿਹੜਾ ਹੈ ਰੈਸਟ 'ਚ ਪਿਆ ਹੁੰਦਾ ਤਾਂ ਉਹ ਰੈਸਟ ਵਿੱਚ ਕਿਉਂ ਹੈ, ਉਹਦੇ ਕਿਆ-ਕਿਆ ਰੀਜ਼ਨ ਹੈ, ਉਹਦੇ ਬਾਰੇ ਜਦੋਂ ਆਪਾਂ ਸਟੱਡੀ ਕਰਦੇ ਹਾਂ ਤਾਂ ਉਸ ਬ੍ਰਾਂਚ ਨੂੰ, ਉਹ ਜਿਹੜੀ ਮਕੈਨਿਕਸ ਦੀ ਬ੍ਰਾਂਚ ਹੈ ਉਹਨੂੰ ਆਪਾਂ ਸਟੈਟਿਕਸ ਕਹਿ ਦਿੰਦੇ ਹਾਂ। ਤੇ ਦੂਜੀ ਹੈ ਜਿਹੜੀ ਬ੍ਰਾਂਚ ਮਕੈਨਿਕਸ ਦੀ ਉਹ ਹੈ ਕਾਈਨੈਮੈਟਿਕਸ। ਸੋ ਕਾਈਨੈਮੈਟਿਕਸ ਇਜ਼ ਦਾ ਬ੍ਰਾਂਚ ਆਫ ਮਕੈਨਿਕਸ which deals with the study of motion of material objects without taking into account the factors which cause motion। ਜਿਹੜੇ ਫੈਕਟਰਸ ਮੋਸ਼ਨ ਦਾ ਕਾਰਨ ਬਣਦੇ ਆ ਉਹਨਾਂ ਨੂੰ ਵਿਦਆਊਟ ਉਹਨਾਂ ਦੀ ਕੰਸੀਡਰੇਸ਼ਨ, ਮਤਲਬ ਉਹਨਾਂ ਨੂੰ ਵਿੱਚ ਆਪਾਂ ਕੰਸੀਡਰ ਨਹੀਂ ਕੀਤਾ ਕਿਤੇ ਵੀ, ਠੀਕ ਹੈ। ਤੇ ਉਹ ਤੋਂ ਉਹਨਾਂ ਨੂੰ ਕੰਸੀਡਰ ਕਰਨ ਤੋਂ ਇਲਾਵਾ ਜਦੋਂ ਅਸੀਂ ਮੋਸ਼ਨ ਦੀ ਸਟੱਡੀ ਕਰਦੇ ਹਾਂ ਤਾਂ ਉਹਨੂੰ ਆਪਾਂ ਕਹਿ ਦਿੰਦੇ ਹਾਂ ਕਾਈਨੈਮੈਟਿਕਸ। ਤੇ ਤੀਜੀ ਬ੍ਰਾਂਚ ਜਿਹੜੀ ਹੈ ਮਕੈਨਿਕਸ ਦੀ ਉਹ ਹੈ ਡਾਇਨਾਮਿਕਸ। ਇਟ ਇਜ਼ ਅ ਬ੍ਰਾਂਚ ਆਫ ਮਕੈਨਿਕਸ which deals with the study of motion of material objects taking into account the factors which cause motion। ਸੋ ਜਦੋਂ ਅਸੀਂ ਉਹ ਫੈਕਟਰਸ ਨੂੰ ਵਿੱਚ ਕੰਸੀਡਰ ਕਰ ਲੈਂਦੇ ਹਾਂ ਜਿਹੜੇ ਕਿ ਮੋਸ਼ਨ ਦਾ ਕਾਰਨ ਬਣਦੇ ਆ, ਜਿਹੜੇ ਕਿ ਕਾਜ਼ ਆਫ ਮੋਸ਼ਨ ਹੈ, ਤਾਂ ਉਹਨਾਂ ਨੂੰ, ਉਸ ਬ੍ਰਾਂਚ ਨੂੰ ਆਪਾਂ ਕਿਆ ਕਹਿ ਦਿੰਦੇ ਹਾਂ, ਡਾਇਨਾਮਿਕਸ ਕਹਿ ਦਿੰਦੇ ਹਾਂ। ਤੇ ਬੇਟਾ ਇਸ ਸਲਾਈਡ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜਾ ਕਾਈਨੈਮੈਟਿਕਸ ਵਰਡ ਹੈ ਉਹ ਕਿੱਥੋਂ ਆਇਆ। The word kinematics comes from Greek word kinema which means motion and matics means mathematics। ਮਤਲਬ ਕਿ ਜਦੋਂ ਅਸੀਂ ਜਿਹੜਾ ਮੋਸ਼ਨ ਹੈ, ਕੋਈ ਵੀ ਬੋਡੀ ਦੇ ਵਿੱਚ ਮੋਸ਼ਨ ਹੋ ਰਿਹਾ, ਕੋਈ ਬੋਡੀ ਮੋਸ਼ਨ ਦੇ ਵਿੱਚ ਹੈ, ਤਾਂ ਜਦੋਂ ਅਸੀਂ ਮੈਥਮੈਟੀਕਲ ਤਰੀਕੇ ਦੇ ਨਾਲ ਉਹਦੇ ਅਲੱਗ-ਅਲੱਗ ਆਸਪੈਕਟਸ ਨੂੰ ਆਪਾਂ ਸਟੱਡੀ ਕਰਦੇ ਹਾਂ, ਕੈਲਕੂਲੇਟ ਕਰਦੇ ਹਾਂ, ਤਾਂ ਉਹਨੂੰ ਆਪਾਂ ਕਹਿ ਦਿੰਦੇ ਹਾਂ ਕਾਈਨੈਮੈਟਿਕਸ। ਤੇ ਇਹ ਕਿੱਥੋਂ ਓਰੀਜਿਨੇਟ ਹੋਇਆ? ਵਰਡ ਕਾਈਨਮਾ ਤੋਂ, ਜਿਹੜਾ ਕਿ ਇੱਕ ਗ੍ਰੀਕ ਵਰਡ ਹੈ। ਸੋ ਇਹ ਡੈਫੀਨੇਸ਼ਨ ਤੁਸੀਂ ਪਹਿਲਾਂ ਵੀ ਪੜ੍ਹ ਚੁੱਕੇ ਹੋ ਕਾਈਨੈਮੈਟਿਕਸ ਦੀ। ਤੇ ਜਿਹੜੇ ਫੈਕਟਰਸ ਹੈ, ਜਿਹੜੇ ਕਿ ਅਸੀਂ ਕਹਿੰਦੇ ਹਾਂ ਕਿ ਕਾਈਨੈਮੈਟਿਕਸ ਦੇ ਵਿੱਚ ਇਹਨਾਂ ਫੈਕਟਰਸ ਨੂੰ ਅਸੀਂ ਵਿੱਚ ਕੰਸੀਡਰ ਨਹੀਂ ਕਰਦੇ, ਉਹ ਕਿਹੜੇ ਫੈਕਟਰਸ ਹੈ? ਉਹ ਫੈਕਟਰਸ ਹੈ ਫੋਰਸ, ਮੋਮੈਂਟਮ ਤੇ એનર્ਜੀ। ਸੋ ਇਹ ਫੈਕਟਰਸ ਜਿਹੜੇ ਹੈ ਇਹਨਾਂ ਨੂੰ ਅਸੀਂ ਕਾਈਨੈਮੈਟਿਕਸ ਦੇ ਵਿੱਚ ਕੰਸੀਡਰ ਨਹੀਂ ਕਰਦੇ, ਹਾਲਾਂਕਿ ਡਾਇਨਾਮਿਕਸ ਦੇ ਵਿੱਚ ਇਹ ਕੰਸੀਡਰ ਹੁੰਦੇ ਆ। ਆਬਜੈਕਟ ਇਨ ਮੋਸ਼ਨ। ਸੋ ਕੁਝ ਟਰਮਸ ਹੈ, ਜਿਸ ਤਰ੍ਹਾਂ ਕਿ ਇਹ ਟਰਮ ਹੈ ਰੈਸਟ। ਸਭ ਤੋਂ ਪਹਿਲਾਂ ਟਰਮ ਹੈ ਰੈਸਟ। ਐਨ ਆਬਜੈਕਟ ਇਜ਼ ਸੈਡ ਟੂ ਬੀ ਐਟ ਰੈਸਟ if it does not change its position with time
with respect to its surroundings। ਸੋ ਕਿਸੇ ਬੋਡੀ ਨੂੰ ਆਪਾਂ ਕਦੋਂ ਕਹਾਂਗੇ ਕਿ ਉਹ ਰੈਸਟ 'ਚ ਹੈ, ਜਦੋਂ ਉਹ ਟਾਈਮ ਦੇ ਨਾਲ ਤੇ ਆਪਣੇ ਸਰਾਊਂਡਿੰਗ ਦੇ ਨਾਲ ਆਪਣੀ ਪੋਜੀਸ਼ਨ ਨੂੰ ਚੇਂਜ ਨਾ ਕਰੇ। ਠੀਕ ਹੈ ਨਾ। ਸੇ ਇਹ ਤੁਸੀਂ ਦੇਖੋ, ਇੱਕ ਐਗਜ਼ਾਮਪਲ ਦੇਖੋ, ਆ ਟੇਬਲ ਹੈ, ਇੱਕ ਟੇਬਲ ਦੇ ਉੱਪਰ ਇੱਕ ਆਬਜੈਕਟ ਪਿਆ ਹੋਇਆ, ਠੀਕ ਹੈ, ਤੇ ਇਹ ਟਾਈਮ ਦੇ ਨਾਲ ਨਾਲ ਆਪਣੀ ਪੋਜੀਸ਼ਨ ਚੇਂਜ ਨਹੀਂ ਕਰ ਰਿਹਾ ਵਿਦ ਰਿਸਪੈਕਟ ਟੂ ਸਰਾਊਂਡਿੰਗ। ਜੇ ਅਸੀਂ ਇਸ ਆਬਜੈਕਟ ਦੀ ਗੱਲ ਕਰੀਏ, ਇਸ ਵਾਲੇ ਆਬਜੈਕਟ ਦੀ ਗੱਲ ਕਰੀਏ, ਤਾਂ ਇਹਦਾ ਸਰਾਊਂਡਿੰਗ ਇਹ ਟੇਬਲ ਹੈ, ਔਰ ਇਹ ਟੇਬਲ ਦੇ ਜਿਹੜਾ ਹੈ ਵਿਦ ਰਿਸਪੈਕਟ ਟੂ ਟੇਬਲ ਇਹ ਆਪਣੀ ਪੋਜੀਸ਼ਨ ਚੇਂਜ ਨਹੀਂ ਕਰ ਰਿਹਾ, ਨਾ ਟਾਈਮ ਦੇ ਨਾਲ ਚੇਂਜ ਕਰ ਰਿਹਾ। ਸੋ ਇਟ ਮੀਨਸ ਕਿ ਇਹ ਆਬਜੈਕਟ ਜਿਹੜਾ ਹੈ ਉਹ ਰੈਸਟ 'ਚ ਹੈ। ਸੋ ਅਸੀਂ ਇਹਨੂੰ ਕਹਿੰਦੇ ਆਬਜੈਕਟ ਇਨ ਰੈਸਟ। ਉਸ ਤੋਂ ਬਾਅਦ ਹੈ ਮੋਸ਼ਨ, ਕਿ ਕਿਸੇ ਆਬਜੈਕਟ ਨੂੰ ਅਸੀਂ ਮੋਸ਼ਨ 'ਚ ਕਦੋਂ ਕਹਿੰਦੇ ਆ? An object is said to be in motion if it changes its position with time with respect to its surroundings। with respect to surroundings, ਜਦੋਂ ਕੋਈ ਬੋਡੀ ਜਿਹੜੀ ਹੈ ਉਹ ਆਪਣੀ ਪੋਜੀਸ਼ਨ ਨੂੰ ਚੇਂਜ ਕਰ ਲਵੇ ਤਾਂ ਆਪਾਂ ਕਹਿੰਦੇ ਆ ਕਿ ਇਹ ਬੋਡੀ ਕਾਹਦੇ 'ਚ ਹੈ? ਮੋਸ਼ਨ 'ਚ ਹੈ। ਐਗਜ਼ਾਮਪਲ ਦੇਖੋ, ਇਹ ਹੁਣ ਇੱਥੇ ਇੱਕ ਟੇਬਲ ਹੈ, ਟੇਬਲ ਦੇ ਉੱਪਰ ਇੱਕ ਆਬਜੈਕਟ ਪਿਆ ਹੋਇਆ ਹੈ, ਠੀਕ ਹੈ ਨਾ। ਤੇ ਹੁਣ ਦੇਖੋ, ਇਹ ਜਿਹੜਾ ਆਬਜੈਕਟ ਹੈ ਇਹ ਆਪਣੀ ਪੋਜੀਸ਼ਨ ਨੂੰ ਚੇਂਜ ਕਰ ਰਿਹਾ। ਸੋ ਇਹਦਾ ਮਤਲਬ ਇਹ ਆਬਜੈਕਟ ਕਾਹਦੇ ਵਿੱਚ ਸੀਗਾ? ਇਹ ਮੋਸ਼ਨ 'ਚ ਸੀਗਾ, ਠੀਕ ਹੈ ਨਾ, ਕਿਉਂਕਿ ਇਹਨੇ ਆਪਣੇ ਸਰਾਊਂਡਿੰਗ ਦੇ ਕੰਪੈਰੀਟਿਵਲੀ ਆਪਣੀ ਜਿਹੜੀ ਪੋਜੀਸ਼ਨ ਹੈ ਉਹਨੂੰ ਚੇਂਜ ਕੀਤਾ। ਇਸੇ ਤਰ੍ਹਾਂ ਇੱਕ ਟਰਮ ਹੈ ਰੈਸਟ ਐਂਡ ਮੋਸ਼ਨ ਆਰ ਰਿਲੇਟਿਵ, ਠੀਕ ਹੈ। ਤੇ ਇਹ ਰਿਲੇਟਿਵ ਕਿਸ ਤਰ੍ਹਾਂ ਹੋਏ? ਇਹਨਾਂ ਦਾ ਆਪਸ 'ਚ ਕਿਆ ਸੰਬੰਧ ਹੈ? ਇਟ ਮੀਨਸ ਐਨ ਆਬਜੈਕਟ ਇਨ ਵਨ ਸਿਚੁਏਸ਼ਨ ਕੈਨ ਬੀ ਰੈਸਟ, ਕੈਨ ਬੀ ਐਟ ਰੈਸਟ। ਮਤਲਬ ਕਿਸੇ ਇੱਕ ਸਿਚੁਏਸ਼ਨ 'ਚ ਆਪਾਂ ਕਹਿ ਸਕਦੇ ਹਾਂ ਕਿ ਇੱਕ ਬੋਡੀ ਜਿਹੜੀ ਆ ਉਹ ਰੈਸਟ 'ਚ ਹੈ, ਪਰ ਉਹੀ ਸੇਮ ਆਬਜੈਕਟ ਜਿਹੜਾ ਹੈ ਕੋਈ ਹੋਰ ਜਿਹੜਾ ਆਬਜ਼ਰਵਰ ਹੈ ਉਹਨੂੰ ਕਹਿ ਦੇਗਾ ਕਿ ਇਹ ਮੋਸ਼ਨ 'ਚ ਹੈ। ਜਿਸ ਤਰ੍ਹਾਂ ਤੁਹਾਨੂੰ ਐਗਜ਼ਾਮਪਲ ਦੇ ਨਾਲ ਮੈਂ ਸਮਝਾ ਰਿਹਾ। ਇਹ ਦੇਖੋ, ਇਹ ਸਕਾਈ ਦੇ ਵਿੱਚ ਇੱਕ ਬਰਡ ਜਿਹੜਾ ਉਹ ਫਲਾਈ ਕਰ ਰਿਹਾ, ਠੀਕ ਹੈ, ਤੇ ਇਹਦੇ ਆਲੇ ਦੁਆਲੇ ਜਿਹੜਾ ਹੈ ਸੂਰਜ ਦਿਖ ਰਿਹਾ, ਬੱਦਲ ਦਿਖ ਰਹੇ ਆ, ਠੀਕ ਹੈ। ਤੇ ਹੁਣ ਦੇਖੋ, ਹੁਣ ਸੂਰਜ ਜਿਹੜਾ ਹੈ ਉਹ ਸਾਨੂੰ ਇਦਾਂ ਨਜ਼ਰ ਆ ਰਿਹਾ ਕਿ ਉਹ ਸਟਿਲ ਹੈ, ਰੈਸਟ 'ਚ ਹੈ। ਬੱਦਲ ਤੇ ਬਰਡ ਜਿਹੜੇ ਹੈ ਉਹ ਫਲਾਈ ਕਰ ਰਹੇ ਆ। ਜਦੋਂ ਅਸੀਂ ਬੱਦਲਾਂ ਦਾ ਮੋਸ਼ਨ ਦੇਖਦੇ ਹਾਂ ਤੇ ਬਰਡ ਦਾ ਮੋਸ਼ਨ ਦੇਖਦੇ ਹਾਂ, ਉਹ ਲਗਭਗ ਇੱਕੋ ਹੀ ਸਪੀਡ ਨਾਲ ਅੱਗੇ ਜਾ ਰਹੇ ਆ। ਜਦੋਂ ਅਸੀਂ ਇਹਨਾਂ ਦਾ ਕੰਪੈਰੀਜ਼ਨ ਕਰਦੇ ਹਾਂ, ਠੀਕ ਹੈ ਨਾ, ਇਹ ਬੱਦਲ ਜਿਹੜੇ ਹੈ ਤੇ ਬਰਡ ਜਿਹੜਾ ਹੈ ਉਹ ਇੱਕੋ ਸਪੀਡ ਨਾਲ ਅੱਗੇ ਜਾ ਰਹੇ ਆ, ਤਾਂ ਜਿਹੜਾ ਬਰਡ ਇਹ ਸੋਚੇਗਾ ਕਿ ਇਹ ਬੱਦਲ ਜਿਹੜਾ ਹੈ ਉਹ ਰੈਸਟ 'ਚ ਹੈਗੇ ਕਿਉਂਕਿ ਉਹ ਸੇਮ ਸਪੀਡ ਨਾਲ ਜਾ ਰਹੇ ਆ, ਠੀਕ ਹੈ। ਪਰ ਜੇ ਕੋਈ ਆਬਜ਼ਰਵਰ ਧਰਤੀ ਤੇ ਖੜਾ ਹੋਇਆ ਉਹਨੂੰ ਐ ਲੱਗੇਗਾ ਕਿ ਸੂਰਜ ਜਿਹੜਾ ਉਹ ਰੈਸਟ 'ਚ ਹੈ, ਪਰ ਬੱਦਲ ਤੇ ਬਰਡ ਜਿਹੜਾ ਹੈ ਉਹ ਮੋਸ਼ਨ 'ਚ ਹੈ। ਪਰ ਜਿਹੜਾ ਬਰਡ ਹੈ, ਜੇ ਉਹਨੂੰ ਅਸੀਂ ਆਬਜ਼ਰਵਰ ਮੰਨੀਏ ਤਾਂ ਉਹ ਇਹ ਸੋਚੇਗਾ ਕਿ ਜਿਹੜੇ ਬੱਦਲ ਹੈ ਉਹ ਰੈਸਟ 'ਚ ਹੈ ਕਿਉਂਕਿ ਉਹ ਸੇਮ ਸਪੀਡ ਨਾਲ ਜਾ ਰਹੇ ਹੈ। ਸੋ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇੱਕੋ ਹੀ ਆਬਜੈਕਟ ਜਿਹੜਾ ਹੈ ਇੱਕ ਆਬਜ਼ਰਵਰ ਵਾਸਤੇ ਤਾਂ ਹੋ ਸਕਦਾ ਕਿ ਉਹ ਇਦਾਂ ਲੱਗੇ ਕਿ ਰੈਸਟ 'ਚ ਹੈ, ਪਰ ਦੂਸਰਾ ਆਬਜ਼ਰਵਰ ਵਾਸਤੇ ਉਹ ਮੋਸ਼ਨ 'ਚ ਵੀ ਹੋ ਸਕਦਾ ਹੈ। ਸੋ ਇਹ ਕੁਝ ਹੋਰ ਐਗਜ਼ਾਮਪਲਸ ਹੈ ਬੇਟੇ ਕਿ ਕਿਸੇ ਬੋਡੀ ਨੂੰ ਆਪਾਂ ਰੈਸਟ 'ਚ ਕਦੋਂ ਕਹਿੰਦੇ ਹਾਂ। ਹੁਣ ਜਿਸ ਤਰ੍ਹਾਂ ਇਹ ਦੇਖੋ ਤੁਸੀਂ, ਇੱਥੇ ਇੱਕ ਫੁੱਲਦਾਨ ਪਿਆ ਹੋਇਆ, ਇਹ ਜਿਹੜਾ ਫੁੱਲਦਾਨ ਹੈ ਇਨ ਰਿਲੇਟਿਵ ਟੂ ਦਿਸ ਟੇਬਲ, ਜਿਸ ਟੇਬਲ ਦੇ ਉੱਪਰ ਪਿਆ ਹੈ ਉਹ ਰੈਸਟ 'ਚ ਹੈ ਕਿਉਂਕਿ ਉਹ ਆਪਣੀ ਪੋਜੀਸ਼ਨ ਨਹੀਂ ਚੇਂਜ ਕਰ ਰਿਹਾ। ਇਸੇ ਤਰ੍ਹਾਂ ਆ ਦੂਜੀ ਪਿਕਚਰ 'ਚ ਦੇਖੋ, ਇੱਥੇ ਇੱਕ ਟਰੱਕ ਹੈ, ਠੀਕ ਹੈ, ਇਨ ਰਿਲੇਟਿਵ ਟੂ ਦਿਸ ਰੋਡ, ਦਿਸ ਬਿਲਡਿੰਗ, ਇਹ ਰੈਸਟ 'ਚ ਹੈ, ਆਪਣੀ ਪੋਜੀਸ਼ਨ ਚੇਂਜ ਨਹੀਂ ਕਰ ਰਿਹਾ। ਇਸੇ ਤਰ੍ਹਾਂ ਥਰਡ ਪਿਕਚਰ ਦੇ ਵਿੱਚ ਇਹ ਬੱਚਾ ਖੜਾ ਹੋਇਆ, ਠੀਕ ਹੈ, ਤੇ ਇਹਦੇ ਜਿਹੜਾ ਸਰਾਊਂਡਿੰਗਸ ਹੈ, ਇਹ ਜਿਹੜਾ ਟਰੀ ਹੈ, ਪਿੱਛੇ ਬਿਲਡਿੰਗ ਹੈ, ਸੋ ਇਹਦੇ ਰਿਲੇਟਿਵਲੀ ਇਹ ਕਿਤੇ ਵੀ ਮੋਸ਼ਨ ਨਹੀਂ ਕਰ ਰਿਹਾ, ਆਪਣੀ ਪੋਜੀਸ਼ਨ ਜਿਹੜੀ ਹੈ ਉਹਨੂੰ ਚੇਂਜ ਨਹੀਂ ਕਰ ਰਿਹਾ। ਇਟ ਮੀਨਸ ਇਹ ਰੈਸਟ 'ਚ ਹੈ। ਤੇ ਉਸ ਤੋਂ ਬਾਅਦ ਮੋਸ਼ਨ ਦੀਆਂ ਕੁਝ ਐਗਜ਼ਾਮਪਲਸ ਦੇਖੋ, ਜਿਸ ਤਰ੍ਹਾਂ ਬੱਚੇ ਸਾਈਕਲ ਚਲਾ ਰਹੇ ਹੈ, ਸੋ ਇਹ ਮੋਸ਼ਨ 'ਚ ਹੈ ਇਨ ਰਿਸਪੈਕਟ ਟੂ ਸਰਾਊਂਡਿੰਗਸ। ਸੋ ਪਿਕਚਰ ਤੋਂ ਸਾਫ਼ ਪਤਾ ਲੱਗ ਰਿਹਾ ਕਿਉਂਕਿ ਜਿਹੜੀ ਸਰਾਊਂਡਿੰਗ ਦੀ ਇਮੇਜ ਹੈ ਉਹ ਕੁਝ ਧੁੰਦਲੀ ਨਜ਼ਰ ਆ ਰਹੀ ਹੈ, ਕੁਝ ਇਦਾਂ ਲੱਗ ਰਿਹਾ ਕਿ ਸਪੀਡ 'ਚ ਹੈ, ਠੀਕ ਹੈ ਨਾ। ਇਸੇ ਤਰ੍ਹਾਂ ਇੱਕ ਕੈਟ ਹੈ, ਇਹ ਵੀ ਰਨਿੰਗ ਪੋਜੀਸ਼ਨ 'ਚ ਹੈ। ਤੇ ਤੀਜੇ ਦੇ ਪਿਕਚਰ ਦੇ ਵਿੱਚ ਦੇਖੋ, ਇਹ ਕਾਈਟ ਹੈ ਜਿਹੜਾ ਕਿ ਫਲਾਈ ਕਰ ਰਿਹਾ, ਇਹ ਹਰ
मूवमेंट ते अपनी पोजीशन जिहड़ी है चेंज कर रहा, कदे लैफ्ट कदे राइट कदे अप ते कदे डाउन। सो ये चीज़ां जिहड़ियां सारियां ऑब्जेक्ट्स जिहड़े हैगे ये मोशन च आपां कह सकदे हां इन्हां नूं। उस तो बाद है ਰੈਸਟ ਐਂਡ ਮੋਸ਼ਨ ਆਰ ਰਿਲੇਟਿਵ। ਜਿੱਦਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜਾ ਇੱਕ ਆਬਜੈਕਟ ਹੈ ਉਹ ਇੱਕ ਆਬਜ਼ਰਵਰ ਨੂੰ ਤਾਂ ਲੱਗ ਰਿਹਾ ਹੁੰਦਾ ਕਿ ਇਹ ਰੈਸਟ 'ਚ ਹੈ, ਦੂਸਰੇ ਆਬਜ਼ਰਵਰ ਨੂੰ ਲੱਗ ਰਿਹਾ ਇਹ ਮੋਸ਼ਨ 'ਚ ਹੈ। ਜਿਸ ਤਰ੍ਹਾਂ ਮੰਨ ਲਓ ਇਹ ਐਰੋਪਲੇਨ ਉੱਡ ਰਿਹਾ ਦੋ, ਹੁਣ ਜੇ ਤਾਂ ਕੋਈ ਬੰਦਾ ਧਰਤੀ ਤੇ ਖੜਾ ਹੋਇਆ ਉਹਨੂੰ ਇਹ ਦੋਨੋਂ ਇਹ ਲੱਗ ਰਿਹਾ ਕਿ ਮੋਸ਼ਨ 'ਚ ਹੈ, ਪਰ ਜਿਹੜਾ ਇੱਕ ਪਲੇਨ ਦੇ ਵਿੱਚ ਬੈਠ ਕੇ ਦੂਸਰੇ ਪਲੇਨ ਨੂੰ ਨਾਲ ਉੱਡਦੇ ਨੂੰ ਦੇਖ ਰਿਹਾ ਉਹਨੂੰ ਇਦਾਂ ਲੱਗੇਗਾ ਕਿ ਇਹ ਪਲੇਨ ਰੈਸਟ 'ਚ ਹੈ। ਜਿਸ ਤਰ੍ਹਾਂ ਅਸੀਂ ਕਈ ਵਾਰ ਬੱਸ 'ਚ ਬੈਠੇ ਹੁੰਦੇ ਆ, ਇੱਕ ਹੋਰ ਬੱਸ ਸਾਡੇ ਬਰਾਬਰ ਆ ਕੇ ਚੱਲਣ ਲੱਗ ਜਾਵੇ ਤੇ ਅਸੀਂ ਜਦੋਂ ਉਸ ਬੱਸ ਵੱਲ ਲਗਾਤਾਰ ਉੱਥੇ ਬੈਠੀਆਂ ਸਵਾਰੀਆਂ ਵੱਲ ਦੇਖਦੇ ਆ ਤਾਂ ਸਾਨੂੰ ਲੱਗਦਾ ਕਿ ਇਹ ਰੈਸਟ 'ਚ ਹੈ, ਕਿਉਂਕਿ ਉਹ ਇਨ ਰਿਲੇਟਿਵ ਟੂ ਅਸ ਉਹ ਬਰਾਬਰ ਸਪੀਡ ਨਾਲ ਚੱਲ ਰਹੇ ਆ ਤੇ ਸਾਨੂੰ ਇਸ ਕਰਕੇ ਉਹ ਰੈਸਟ ਵਿੱਚ ਲੱਗਦੇ ਆ। ਉਸ ਤੋਂ ਬਾਅਦ ਬੇਟਾ ਹੈ ਟਾਈਪਸ ਆਫ ਮੋਸ਼ਨ। ਸੋ टाइप्स ऑफ मोशन ਦੇ ਵਿੱਚ ਤਿੰਨ ਟਾਈਪਸ ਹੈ। ਪਹਿਲੀ ਹੈ ਰੈਕਟੀਲੀਨੀਅਰ ਔਰ ਟਰਾਂਸਲੇਟਰੀ, ਦੂਜੀ ਹੈ ਸਰਕੂਲਰ ਔਰ ਰੋਟੇਟਰੀ ਤੇ ਤੀਜੀ ਹੈ ਔਸੀਲੇਟਰੀ ਔਰ ਵਾਈਬ੍ਰੇਟਰੀ। ਸੋ 1 ਬਾਈ 1 ਅਸੀਂ ਇਹਨਾਂ ਨੂੰ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਹੈ ਰੈਕਟੀਲੀਨੀਅਰ। ਸੋ ਰੈਕਟੀਲੀਨੀਅਰ ਮੋਸ਼ਨ is the motion in which a particle or point mass body is moving along a straight line। ਜਿਸ ਤਰ੍ਹਾਂ ਇਹ ਦੇਖ ਰਹੇ ਹੋ ਤੁਸੀਂ, ਇੱਕ ਬੱਚਾ ਪਾਣੀ 'ਚ ਖੇਡ ਰਿਹਾ ਤੇ ਉਹ ਕਿਸੇ ਵਸਤੂ ਨੂੰ ਪਾਣੀ ਦੇ ਉੱਪਰ ਫਲੋਟ ਕਰਵਾ ਰਿਹਾ, ਠੀਕ ਹੈ ਨਾ, ਉਹ ਵਸਤੂ ਸਟ੍ਰੇਟ ਲਾਈਨ ਦੇ ਵਿੱਚ ਚੱਲ ਰਹੀ ਹੈ। ਸੋ ਇਹ ਕਿਹੜਾ ਮੋਸ਼ਨ ਹੈ? ਰੈਕਟੀਲੀਨੀਅਰ ਮੋਸ਼ਨ ਹੈ, ਠੀਕ ਹੈ, ਕਿਉਂਕਿ ਉਹ ਸਟ੍ਰੇਟ ਲਾਈਨ 'ਚ ਚੱਲ ਰਿਹਾ। ਇਸੇ ਤਰ੍ਹਾਂ ਜਿਹੜਾ ਟਰਾਂਸਲੇਟਰੀ ਮੋਸ਼ਨ ਹੈ is that motion in which a body which is not a point mass। ਹੁਣ ਇਹ ਜਿਹੜਾ point mass ਦਾ concept ਹੈ ਉਹ ਅਸੀਂ ਅੱਗੇ ਸਲਾਈਡ ਦੇ ਵਿੱਚ ਦੇਖਾਂਗੇ। is moving such that all its constituent particles move simultaneously। ਕਿਉਂਕਿ ਇਹ ਕੋਈ ਵੀ ਆਬਜੈਕਟ ਜਿਹੜਾ ਮੰਨ ਲਓ ਇਹ ਫਲੋਟ ਕਰ ਰਿਹਾ, ਜਿਹੜਾ ਆਬਜੈਕਟ ਜਿਹੜਾ ਕਿ ਅਸੀਂ ਕਹਿੰਦੇ ਕਿ ਸਟ੍ਰੇਟ ਲਾਈਨ 'ਚ ਚੱਲ ਰਿਹਾ, ਸੋ ਇਹ ਬਹੁਤ ਸਾਰੇ ਪਾਰਟੀਕਲਸ ਤੋਂ ਮਿਲ ਕੇ ਬਣਿਆ। ਸੋ ਜਦੋਂ ਇਹ ਆਬਜੈਕਟ ਮੂਵ ਕਰੇਗਾ ਤਾਂ ਇਹਦੇ ਜਿੰਨੇ ਪਾਰਟੀਕਲਸ ਹੈ ਜਿਨ੍ਹਾਂ ਤੋਂ ਇਹ ਮਿਲ ਕੇ ਬਣਿਆ ਉਹ ਵੀ ਸਾਰੇ ਮੂਵ ਕਰਨਗੇ। ਸੋ ਇਹ ਸੀਗੀ ਐਗਜ਼ਾਮਪਲ ਰੈਕਟੀਲੀਨੀਅਰ ਮੋਸ਼ਨ ਦੀ। ਇੱਕ ਐਗਜ਼ਾਮਪਲ ਹੋਰ ਹੈ, ਇਹ ਦੇਖੋ, ਇਹ ਤੁਹਾਡੇ ਸਾਹਮਣੇ ਇੱਕ ਆਬਜੈਕਟ ਹੈ, ਇਹ ਵਾਲਾ ਇਹ ਆਬਜੈਕਟ ਪਿਆ ਹੋਇਆ ਤੇ ਇਹ ਥੱਲੇ ਸਾਡੇ ਕੋਲ ਇੱਕ ਕੋਈ ਬਾਡੀ ਹੈ। ਸੋ ਉਸ ਬਾਡੀ ਦੇ ਉੱਪਰ ਇਹ ਆਬਜੈਕਟ ਜਿਹੜਾ ਹੈ ਉਹ ਸਲਾਈਡ ਕਰ ਰਿਹਾ, ਠੀਕ ਹੈ ਨਾ। ਸੋ ਇਹ ਵੀ ਇੱਕ ਕਾਹਦੀ ਐਗਜ਼ਾਮਪਲ ਹੈ? ਰੈਕਟੀਲੀਨੀਅਰ ਔਰ ਟਰਾਂਸਲੇਟਰੀ ਮੋਸ਼ਨ ਦੀ ਐਗਜ਼ਾਮਪਲ ਹੈ। ਉਸ ਤੋਂ ਬਾਅਦ ਹੈ ਸਰਕੂਲਰ ਔਰ ਰੋਟੇਟਰੀ ਮੋਸ਼ਨ। ਸੋ ਸਰਕੂਲਰ ਮੋਸ਼ਨ ਜਿਹੜਾ ਹੈ is that motion in which a particle or a point mass body is moving on a circle। ਜਿਸ ਤਰ੍ਹਾਂ ਜਿਹੜੀ ਅਰਥ ਹੈ ਉਹ ਸੂਰਜ ਦੇ ਦੁਆਲੇ ਚੱਕਰ ਕੱਟਦੀ ਹੈ, ਉਹ ਵੀ ਇੱਕ ਸਰਕੂਲਰ ਮੋਸ਼ਨ ਹੈ। ਸੋ ਇੱਥੇ ਤੁਸੀਂ ਇਸ ਐਨੀਮੇਸ਼ਨ ਦੇ ਵਿੱਚ ਦੇਖੋਗੇ ਕਿ ਇੱਕ ਆਬਜੈਕਟ ਜਿਹੜਾ ਹੈ ਉਹ ਸਰਕੂਲਰ ਪਾਥ ਦੇ ਵਿੱਚ ਘੁੰਮ ਰਿਹਾ ਹੈਗਾ, ਇਹਨੂੰ ਅਸੀਂ ਸਰਕੂਲਰ ਮੋਸ਼ਨ ਜਿਹੜਾ ਹੈ ਉਹ ਕਹਿ ਦਿੰਦੇ ਹਾਂ। ਤੇ ਇਹ ਹੈ ਐਗਜ਼ਾਮਪਲ ਰੋਟੇਟਰੀ ਮੋਸ਼ਨ ਦੀ। ਸੋ ਰੋਟੇਟਰੀ ਮੋਸ਼ਨ ਦੇ ਵਿੱਚ ਦੇਖੋ ਇਹ ਫੈਨ ਜਿਸ ਤਰ੍ਹਾਂ ਰੋਟੇਟ ਕਰ ਰਿਹਾ। ਸਰਕੂਲਰ ਮੋਸ਼ਨ ਦੇ ਵਿੱਚ ਜਿੱਦਾਂ ਅਸੀਂ ਦੇਖਿਆ ਸੀਗਾ ਇੱਕ ਬਾਡੀ ਜਿਹੜੀ ਹੈ ਉਹ ਮਤਲਬ ਇੱਕ ਸਰਕਲ ਦੇ ਵਿੱਚ ਪੂਰੀ ਦੀ ਪੂਰੀ ਬਾਡੀ ਮੂਵ ਕਰ ਰਹੀ ਹੈ, ਠੀਕ ਹੈ, ਪਰ ਇੱਥੇ ਬਾਡੀ ਦੇ ਜਿਹੜੇ ਪਾਰਟੀਕਲਸ ਹੈ ਉਹ ਕੰਸੈਂਟ੍ਰਿਕ ਸਰਕਲ ਦੇ ਵਿੱਚ ਮੂਵ ਕਰ ਰਹੇ ਆ। ਜਿਸ ਤਰ੍ਹਾਂ ਅਸੀਂ ਜਿਹਦੀ ਡੈਫੀਨੇਸ਼ਨ ਨੂੰ ਰੀਡ ਕਰੀਏ, a rotatory motion is that motion in which a body which is not a point mass body। ਇਹ point mass ਦਾ concept ਜਿਹੜਾ ਅਸੀਂ ਅੱਗੇ ਸਲਾਈਡ 'ਚ ਦੇਖਾਂਗੇ is moving such that all its constituent particles move simultaneously along concentric circles। ਸੋ concentric circles ਉਹ ਹੁੰਦੇ ਬੇਟਾ ਜਿਨ੍ਹਾਂ ਦਾ ਸੈਂਟਰ ਸੇਮ ਹੋਵੇ। ਹੁਣ ਦੇਖੋ ਤੁਸੀਂ ਇੱਥੇ ਇੱਕ ਸਰਕਲ ਇਹ ਹੈ, ਦੂਜਾ ਸਰਕਲ ਇਹ ਹੈ, ਠੀਕ ਹੈ ਨਾ, ਤੇ ਇਹਦਾ ਸੈਂਟਰ ਜਿਹੜਾ ਲਗਭਗ ਇੱਥੇ ਕਿਤੇ ਹੈ। ਦੋਨਾਂ ਸਰਕਲ ਦਾ ਸੈਂਟਰ ਜਿਹੜਾ ਸੇਮ ਹੈ ਤੇ ਜਿਹੜੇ ਇਸ ਫੈਨ ਦੇ ਪਾਰਟੀਕਲਸ ਹੈ ਉਹ ਇੱਕ concentric circle ਦੇ ਵਿੱਚ ਘੁੰਮ ਰਹੇ ਹੈ। ਸੋ this type of motion is called rotatory motion। ਸੋ ਰੋਟੇਟਰੀ ਮੋਸ਼ਨ ਦੀ ਅਸੀਂ ਇੱਕ ਹੋਰ ਐਗਜ਼ਾਮਪਲ ਇਹ ਦੇਖ ਰਹੇ ਹਾਂ। ਜਿਸ ਤਰ੍ਹਾਂ ਤੁਸੀਂ
ਘਰਾਂ ਦੇ ਵਿੱਚ ਆਮ ਖੇਡਦੇ ਆ, ਇਹਨੂੰ ਭੰਬੀਰੀ ਕਹਿ ਦਿੰਦੇ ਆ ਤੁਸੀਂ, ਠੀਕ ਹੈ। ਹੁਣ ਇਹ ਘੁੰਮ ਰਹੀ ਹੈ ਤਾਂ ਇਹਦੇ ਜਿਹੜੇ ਪਾਰਟੀਕਲਸ ਆ ਉਹ ਵੀ ਇੱਕ ਕੰਸੈਂਟਰਿਕ ਸਰਕਲ ਦੇ ਵਿੱਚ ਅਲੱਗ-ਅਲੱਗ ਪਾਰਟੀਕਲ ਦੀ ਕਿਉਂਕਿ ਅਲੱਗ-ਅਲੱਗ ਪੋਜੀਸ਼ਨ ਹੁੰਦੀ ਹੈ। ਸੋ ਜੇ ਮੈਂ ਤੁਹਾਨੂੰ ਇੱਥੇ ਬਣਾ ਕੇ ਦਿਖਾਵਾਂ, ਸੋ ਜਿਸ ਤਰ੍ਹਾਂ ਇਹ ਇੱਕ ਮਤਲਬ ਸਾਡੇ ਕੋਲ ਆਬਜੈਕਟ ਹੈ, ਠੀਕ ਹੈ ਨਾ, ਤਾਂ ਜਿਹੜੇ ਇਹਦੇ ਪਾਰਟੀ ਜਿਸ ਤਰ੍ਹਾਂ ਮੰਨ ਲਓ ਫੈਨ ਹੈ, ਹੁਣ ਫੈਨ ਦੇ ਪਰ ਹੋ ਗਏ, ਠੀਕ ਹੈ ਨਾ। ਹੁਣ ਜਿਹੜਾ ਆਹ ਪੁਆਇੰਟ ਹੈ, ਇੱਕ ਦੂਜਾ ਪੁਆਇੰਟ ਹੈ, ਇੱਕ ਤੀਜਾ ਪੁਆਇੰਟ ਹੈ, ਸੋ ਜਦੋਂ ਇਹ ਰੋਟੇਟ ਕਰਨਗੇ ਤਾਂ ਇਹ ਇੱਕ ਸਰਕਲ ਦੇ ਵਿੱਚ ਘੁੰਮਣਗੇ, ਦੂਜਾ ਇੱਕ ਹੋਰ ਸਰਕਲ ਦੇ ਵਿੱਚ ਘੁੰਮੇਗਾ, ਤੀਜਾ ਇੱਕ ਹੋਰ ਸਰਕਲ ਦੇ, ਮਤਲਬ ਇਹ ਜਿੰਨੇ ਸਰਕਲ ਬਣਨਗੇ ਸਾਰੇ ਕਨਸੈਂਟਰਿਕ ਹੋਣਗੇ, ਇਹਨਾਂ ਦਾ ਸੈਂਟਰ ਜਿਹੜਾ ਹੈ ਉਹ ਸੇਮ ਹੋਏਗਾ। ਨੈਕਸਟ ਹੈ ਤੀਜੀ ਟਾਈਪ ਜਿਹੜੀ ਹੈ ਉਹ ਹੈ ਔਸੀਲੇਟਰੀ ਔਰ ਵਾਈਬ੍ਰੇਟਰੀ ਮੋਸ਼ਨ। ਤੁਸੀਂ ਇੱਥੇ ਦੇਖ ਰਹੇ ਹੋ ਦੋ ਤੁਹਾਨੂੰ ਵੀਡੀਓਜ਼ ਨਜ਼ਰ ਆ ਰਹੇ ਹੈਗੇ, ਇੱਕ ਪਾਸੇ ਔਸੀਲੇਟਰੀ ਮੋਸ਼ਨ ਹੈ ਤੇ ਦੂਜੇ ਪਾਸੇ ਵਾਈਬ੍ਰੇਟਰੀ ਮੋਸ਼ਨ ਹੈ। ਹੁਣ ਇਹਨਾਂ 'ਚ ਫਰਕ ਕਿਆ ਹੈ, ਮਤਲਬ ਔਸੀਲੇਟਰੀ ਅਸੀਂ ਕਿਹਨੂੰ ਕਹਾਂਗੇ, ਵਾਈਬ੍ਰੇਟਰੀ ਕਿਹਨੂੰ ਕਹਾਂਗੇ। ਹੁਣ ਦੇਖੋ ਜਿਹੜਾ ਇਹ ਔਸੀਲੇਟਰੀ ਮੋਸ਼ਨ ਹੈ, ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਪੈਂਡੂਲਮ ਹੈ ਉਹ ਟੂ ਐਂਡ ਫਰੋ ਜਿਹੜਾ ਹੈ ਮੋਸ਼ਨ ਕਰ ਰਿਹਾ। ਇਸੇ ਤਰ੍ਹਾਂ ਜੇ ਤੁਸੀਂ ਲੈਫਟ ਵਾਲੇ ਵੀਡੀਓ 'ਚ ਦੇਖੋ, ਇਹਦੇ 'ਚ ਇੱਕ ਚਿਮਟਾ ਹੈ ਹੱਥ 'ਚ ਜਿਹੜਾ ਕਿ ਵਾਈਬ੍ਰੇਟ ਕਰ ਰਿਹਾ। ਹੁਣ ਇੱਥੇ ਬੇਟੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਦੋਨਾਂ ਦੇ ਵਿੱਚ ਟੂ ਐਂਡ ਫਰੋ ਮੋਸ਼ਨ ਹੋ ਰਿਹਾ, ਠੀਕ ਹੈ ਨਾ, ਦੋਨਾਂ ਦੇ ਵਿੱਚ ਟੂ ਐਂਡ ਫਰੋ ਦਾ ਮਤਲਬ ਹੁੰਦਾ ਅੱਗੇ ਪਿੱਛੇ ਜਾਂ ਲੈਫਟ ਰਾਈਟ, ਇਸ ਤਰ੍ਹਾਂ ਦਾ ਮੋਸ਼ਨ ਜਿਹੜਾ ਹੁੰਦਾ ਉਹ ਟੂ ਐਂਡ ਫਰੋ। ਜਿਸ ਤਰ੍ਹਾਂ ਤੁਸੀਂ ਪੀਂਘ ਦੇ ਉੱਪਰ ਝੂਟੇ ਲੈਂਦੇ ਹੋ ਤਾਂ ਉਹਨੂੰ ਵੀ ਅਸੀਂ ਟੂ ਐਂਡ ਫਰੋ ਕਹਾਂਗੇ। ਤੁਸੀਂ ਸੀਸਾਂ ਦੇ ਉੱਪਰ ਝੂਟੇ ਲੈਂਦੇ ਹੋ, ਉਹ ਵੀ ਟੂ ਐਂਡ ਫਰੋ ਮੋਸ਼ਨ ਹੈ, ਠੀਕ ਹੈ। ਤੇ ਫਿਰ ਵਾਈਬ੍ਰੇਟਰੀ ਤੇ ਔਸੀਲੇਟਰ ਦੇ ਵਿੱਚ ਫਰਕ ਕੀ ਹੋਇਆ? The only difference between the two is the frequency of vibratory motion। ਜਿਹੜਾ ਵਾਈਬ੍ਰੇਟਰੀ ਮੋਸ਼ਨ ਹੈ ਉਹਦੀ ਜਿਹੜੀ ਫ੍ਰੀਕੁਐਂਸੀ ਹੈ ਉਹ ਬਹੁਤ ਹਾਈ ਹੋਏਗੀ, ਮਤਲਬ ਉਹ ਜ਼ਿਆਦਾ ਵਾਰ, ਇੱਕ ਸੈਕਿੰਡ ਦੇ ਵਿੱਚ ਤੁਸੀਂ ਦੇਖੋ ਇਹ ਕਿੰਨੀ ਵਾਰ ਕੰਬ ਰਿਹਾ, ਕੰਪਨ ਕਿੰਨੀ ਵਾਰ ਹੋ ਰਿਹਾ ਇੱਕ ਸੈਕਿੰਡ ਦੇ ਵਿੱਚ। ਹਾਲਾਂਕਿ ਜੇ ਦੂਜੇ ਪਾਸੇ ਦੇਖੋ, ਇਸ ਸਾਈਡ ਤੇ ਦੇਖੋ, ਤਾਂ ਇੱਕ ਸੈਕਿੰਡ ਦੇ ਵਿੱਚ ਘੱਟ ਕੰਪਨ ਹੋ ਰਿਹਾ, ਮਤਲਬ ਇੱਕ ਸੈਕਿੰਡ ਦੇ ਵਿੱਚ ਜਿੰਨੀ ਵਾਰ ਕੰਪਨ ਹੁੰਦਾ ਉਹਨੂੰ ਅਸੀਂ ਫ੍ਰੀਕੁਐਂਸੀ ਕਹਿ ਦਿੰਦੇ। ਸੋ ਫ੍ਰੀਕੁਐਂਸੀ ਜ਼ਿਆਦਾ ਕਿਹਦੀ ਹੈ, ਜ਼ਿਆਦਾ ਵਾਰ ਕੰਪਨ ਇਸ ਵਾਲੇ ਆਬਜੈਕਟ ਦੇ ਵਿੱਚ ਹੋ ਰਿਹਾ, ਘੱਟ ਵਾਲਾ ਇੱਧਰ ਹੋ ਰਿਹਾ। ਸੋ ਇਹਦਾ ਮਤਲਬ ਫ੍ਰੀਕੁਐਂਸੀ ਇਸ ਚਿਮਟੇ ਦੀ ਜ਼ਿਆਦਾ ਹੈ ਔਰ ਇਸ ਪੈਂਡੂਲਮ ਦੀ ਘੱਟ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਇਸ ਚਿਮਟੇ ਦੇ ਵਿੱਚ ਵਾਈਬ੍ਰੇਟਰੀ ਮੋਸ਼ਨ ਹੋ ਰਿਹਾ ਤੇ ਇਸ ਪੈਂਡੂਲਮ ਦੇ ਵਿੱਚ ਔਸੀਲੇਟਰੀ ਮੋਸ਼ਨ ਹੋ ਰਿਹਾ ਹੈਗਾ। ਹੁਣ ਅਸੀਂ ਗੱਲ ਕਰਦੇ ਹਾਂ ਕੰਸੈਪਟ ਆਫ ਪੁਆਇੰਟ ਮਾਸ ਕਿਹਨੂੰ ਕਹਿੰਦੇ ਆਪਾਂ। An object can be considered as a point object if during motion in a given time it covers distance much greater than its own size। ਜਿੰਨਾ ਕੁ ਉਸ ਆਬਜੈਕਟ ਦਾ ਆਪਣਾ ਸਾਈਜ਼ ਹੈ, ਓਨ ਸਾਈਜ਼ ਮਤਲਬ ਆਪਣਾ ਸਾਈਜ਼ ਹੈ, ਜੇਕਰ ਉਹਦੇ ਕੰਪੈਰੀਟਿਵਲੀ ਉਹ ਬਹੁਤ ਜ਼ਿਆਦਾ ਡਿਸਟੈਂਸ ਟਰੈਵਲ ਕਰ ਰਿਹਾ ਹੋਵੇ, ਠੀਕ ਹੈ, ਤਾਂ ਅਸੀਂ ਉਸ ਬਾਡੀ ਨੂੰ ਪੁਆਇੰਟ ਮਾਸ ਹੀ ਕੰਸੀਡਰ ਕਰਾਂਗੇ। ਜਿਸ ਤਰ੍ਹਾਂ ਇੱਥੇ ਦੇਖੋ ਇਹ ਸਨ ਹੈ, ਸਨ ਦੇ ਆਲੇ ਦੁਆਲੇ ਇਹ ਪਲੈਨਟਸ ਜਿਹੜੇ ਮੂਵ ਕਰ ਰਹੇ ਆ। ਸੋ ਜੇਕਰ ਅਸੀਂ ਅਰਥ ਦੀ ਗੱਲ ਕਰੀਏ, ਅਰਥ ਦਾ ਆਪਣਾ ਡਾਇਮੀਟਰ ਤਾਂ ਹੈ 12,742 ਕਿਲੋਮੀਟਰ, ਠੀਕ ਹੈ, ਪਰ ਉਹ ਜਦੋਂ ਸੂਰਜ ਦੇ ਦੁਆਲੇ ਚੱਕਰ ਕੱਟਦੀ ਹੈ ਅਰਥ, ਤਾਂ ਉਹ 942 ਮਿਲੀਅਨ ਕਿਲੋਮੀਟਰ ਜਿਹੜਾ ਹੈ ਡਿਸਟੈਂਸ ਕਵਰ ਕਰ ਲੈਂਦੀ ਹੈ, ਜਿਹੜੇ ਕਿ ਉਹਦੇ ਆਪਣੇ ਸਾਈਜ਼ ਨਾਲੋਂ ਬਹੁਤ ਜ਼ਿਆਦਾ ਵੱਡਾ ਹੈ। ਸੋ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਅਰਥ ਹੈ ਜਦੋਂ ਉਹ ਸਨ ਦੇ ਆਲੇ ਦੁਆਲੇ ਚੱਕਰ ਕੱਟਦੀ ਹੈ ਤਾਂ ਅਸੀਂ ਅਰਥ ਨੂੰ ਕਿਹੜਾ ਮਾਸ ਮੰਨ ਸਕਦੇ ਹਾਂ, ਪੁਆਇੰਟ ਮਾਸ ਕਹਿ ਸਕਦੇ ਹਾਂ ਕਿ ਇੱਕ ਪੁਆਇੰਟ ਮਾਸ ਦੀ ਤਰ੍ਹਾਂ ਕੰਮ ਕਰ ਰਹੀ ਹੈ ਇਹ। ਸੋ ਇਹ ਸੀਗਾ ਕੰਸੈਪਟ ਆਫ ਪੁਆਇੰਟ ਮਾਸ। ਉਸ ਤੋਂ ਬਾਅਦ ਹੈ ਬੇਟਾ ਫਰੇਮ ਆਫ ਰੈਫਰੈਂਸ। ਸੋ ਫਰੇਮ ਆਫ ਰੈਫਰੈਂਸ ਜਿਹੜਾ ਹੈ, ਦੇਖੋ ਕੋਈ ਵੀ ਜਦੋਂ ਆਬਜੈਕਟ ਮੂਵ ਕਰਦਾ ਤਾਂ ਉਹਨੂੰ ਜਿਹੜਾ ਦੇਖ ਰਿਹਾ ਹੁੰਦਾ, ਜਿਹਨੂੰ ਉਹਨੂੰ ਆਬਜ਼ਰਵ ਕਰ ਰਿਹਾ ਹੁੰਦਾ, ਉਹਨੂੰ ਆਪਾਂ ਆਬਜ਼ਰਵਰ ਕਹਿੰਦੇ ਹਾਂ। ਔਰ ਉਸ ਆਬਜ਼ਰਵਰ ਦੀ ਕੋਈ ਪੋਜੀਸ਼ਨ ਹੁੰਦੀ ਹੈ ਕਿ ਕਿਸ ਜਗ੍ਹਾ ਤੇ ਉਹ ਖੜਾ ਹੋਇਆ, ਕਿਸ ਜਗ੍ਹਾ ਤੇ ਉਹ ਖੜਾ ਹੋ ਕੇ ਸਾਰਾ ਕੁਝ ਵਾਚ ਕਰ ਰਿਹਾ। ਸੋ ਦਾ ਫਰੇਮ ਆਫ ਰੈਫਰੈਂਸ ਇਜ਼ ਅ ਸਿਸਟਮ ਆਫ ਕੋਆਰਡੀਨੇਟ ਐਕਸਿਸ। ਹੁਣ ਤੁਸੀਂ ਇੱਥੇ ਦੇਖੋ ਡਾਇਗਰਾਮ ਦੇ ਵਿੱਚ ਇਹ ਕੋਆਰਡੀਨੇਟ ਐਕਸਿਸ ਬਣੇ ਹੋਏ, ਇਹ ਜਿਹੜਾ ਹੈ ਜ਼ੈਡ ਐਕਸਿਸ ਹੈ, ਠੀਕ ਹੈ, ਇਸੇ ਤਰ੍ਹਾਂ ਇਹ ਐਕਸ ਐਕਸਿਸ ਹੈ ਤੇ ਇਹ ਜਿਹੜਾ ਹੈ ਵਾਈ ਐਕਸਿਸ ਹੈ, ਠੀਕ ਹੈ ਨਾ। ਤੇ ਜਦੋਂ ਆਬਜ਼ਰਵਰ ਜਿਹੜਾ ਹੈ ਕਿਸੇ ਵੀ, ਜਿਸ ਤਰ੍ਹਾਂ ਸਨ ਨੂੰ ਮੰਨ ਲਓ ਆਬਜ਼ਰਵ ਕਰ ਰਿਹਾ, ਇਸ ਸਨ ਨੂੰ ਆਬਜ਼ਰਵ ਕਰ ਰਿਹਾ, ਤਾਂ ਉਸ
ਸਾਨੂੰ ਦੇਖੇਗਾ ਕਿ ਇਹ ਜਿਹੜਾ ਹੈ XY ਪਲੇਨ ਤੋਂ ਇੱਥੋਂ ਕਿੰਨੀ ਦੂਰੀ ਤੇ ਹੈ, ਠੀਕ ਹੈ, ਤੇ ਉਹ ZX ਪਲੇਨ ਤੋਂ ਕਿੰਨੀ ਦੂਰੀ ਤੇ ਹੈ, ਤੇ ਉਹ YZ ਪਲੇਨ ਤੋਂ ਕਿੰਨੀ ਦੂਰੀ ਤੇ ਹੈ। ਫਿਰ ਉਹ ਇੱਕ ਪੁਆਇੰਟ ਨਿਸ਼ਚਿਤ ਕਰੇਗਾ ਕਿ X ਐਕਸਿਸ ਤੇ ਇਹ ਇੰਨੀ ਦੂਰੀ ਤੇ ਹੈ, Y ਐਕਸਿਸ ਦੇ ਉੱਪਰ ਇੰਨੀ ਦੂਰੀ ਬਣੀ, ਤੇ Z ਐਕਸਿਸ ਦੇ ਉੱਪਰ ਆਹ ਦੂਰੀ ਬਣੀ। ਕੋਆਰਡੀਨੇਟ ਐਕਸਿਸ ਦੇ ਸਿਸਟਮ ਦੇ ਵਿੱਚ ਰਹਿ ਕੇ ਉਹ ਉਹਨੂੰ ਆਬਜ਼ਰਵ ਕਰੇਗਾ, ਤਾਂ ਅਸੀਂ ਉਸ ਜਿਹੜਾ ਕੋਆਰਡੀਨੇਟ ਐਕਸਿਸ ਦਾ ਸਿਸਟਮ ਹੈ ਉਹਨੂੰ ਆਪਾਂ ਫਰੇਮ ਆਫ ਰੈਫਰੈਂਸ ਜਿਹੜਾ ਹੈ ਉਹ ਕਹਿ ਦਿੰਦੇ ਹਾਂ। ਸੋ ਇੱਥੇ ਦੇਖੋ ਇਹ ਇੱਕ ਸਾਡੇ ਕੋਲ ਪੁਆਇੰਟ ਹੈ P, ਠੀਕ ਹੈ ਨਾ। ਸੋ ਇਹ ਪੁਆਇੰਟ ਜਿਹੜਾ P ਹੈ, ਹੁਣ ਦੇਖੋ ਇਹ ਜਿਹੜਾ ਹੈ ਸਾਡੇ ਕੋਲ X ਐਕਸਿਸ ਹੈ, ਤੇ ਆਹ ਸਾਡੇ ਕੋਲ ਜਿਹੜਾ ਹੈ Y ਐਕਸਿਸ ਹੈ, ਤੇ ਆਹ ਜਿਹੜਾ ਉੱਪਰ ਸਾਡੇ ਕੋਲ ਹੈ ਇਹ ਹੈ Z ਐਕਸਿਸ, ਠੀਕ ਹੈ। ਸੋ ਜੇ ਅਸੀਂ ਇਸ ਪੁਆਇੰਟ ਦੀ ਗੱਲ ਕਰੀਏ, ਇਹ ਪੁਆਇੰਟ ਜਿਹੜਾ ਹੈ X ਐਕਸਿਸ ਤੋਂ X ਦੂਰੀ ਤੇ ਹੈ, Y ਐਕਸਿਸ ਤੋਂ Y ਦੂਰੀ ਤੇ ਹੈ, ਐਂਡ Z ਐਕਸਿਸ ਦੇ ਉੱਪਰ ਇਹ Z ਦੂਰੀ ਤੇ ਹੈ। ਇਹ ਪੁਆਇੰਟ ਜਿਹੜਾ ਹੈ X ਐਕਸਿਸ ਦੇ ਉੱਪਰ X ਦੂਰੀ ਤੇ ਹੈ, Y ਐਕਸਿਸ ਦੇ ਉੱਪਰ Y ਦੂਰੀ ਤੇ ਹੈ, ਤੇ Z ਐਕਸਿਸ ਦੇ ਉੱਪਰ Z ਦੂਰੀ ਤੇ ਹੈ। ਸੋ ਇਸ ਪੁਆਇੰਟ ਦਾ ਨਾਮ ਹੋ ਗਿਆ PXYZ, ਠੀਕ ਹੈ ਨਾ। ਸੋ ਇਹ ਕਿਹਨੇ ਮਤਲਬ ਕਿਹਦੇ ਦੁਆਰਾ ਸਥਾਪਿਤ ਕੀਤਾ ਗਿਆ ਕਿ P ਪੁਆਇੰਟ ਇੱਥੇ ਹੈ? ਜਿਹੜਾ ਆਬਜ਼ਰਵਰ ਹੈ, ਜਿਹੜਾ ਕਿ ਇਸ origin ਦੇ ਉੱਪਰ ਇੱਕ ਆਬਜ਼ਰਵਰ ਹੈ, ਉਹ ਜਦੋਂ ਆਬਜ਼ਰਵ ਕਰ ਰਿਹਾ ਹੁੰਦਾ ਤਾਂ ਉਹ ਇਸ ਪੁਆਇੰਟ P ਨੂੰ ਇੱਕ ਐਡਰੈਸ ਦੇ ਦਿੰਦਾ ਕਿ ਇਹ X ਐਕਸਿਸ, Y ਐਕਸਿਸ ਤੇ Z ਐਕਸਿਸ ਜਿਹੜਾ ਕਿ ਸਿਸਟਮ ਆਫ ਕੋਆਰਡੀਨੇਟ ਐਕਸਿਸ ਹੈ, ਤੇ ਉਹਦੇ ਹਿਸਾਬ ਨਾਲ ਇਹ ਇਸ ਪੁਆਇੰਟ ਦੇ ਉੱਪਰ ਹੈ। ਸੋ ਦਿਸ ਇਜ਼ ਕਾਲਡ ਫਰੇਮ ਆਫ ਰੈਫਰੈਂਸ। ਫਰੇਮ ਆਫ ਰੈਫਰੈਂਸ ਦੀ ਇੱਕ ਹੋਰ ਐਗਜ਼ਾਮਪਲ ਦੇਖੋ। ਸੋ ਜਿਸ ਤਰ੍ਹਾਂ ਇਹ ਇੱਕ ਬੱਸ ਹੈ, ਬੱਸ ਦੇ ਉੱਪਰ ਦੋ ਜਿਹੜੇ ਵਿਅਕਤੀ ਹੈ, ਇੱਕ ਨੂੰ ਆਪਾਂ ਕਹਿੰਦੇ ਹਾਂ ਮੈਨ X ਤੇ ਦੂਜੇ ਨੂੰ ਆਪਾਂ ਕਹਿੰਦੇ ਹਾਂ ਮੈਨ Y। ਇਹ ਉੱਪਰ ਖੜੇ ਹੋਏ, ਤੇ ਇੱਕ ਮੈਨ Z ਜਿਹੜਾ ਹੈ ਉਹ ਸੜਕ ਦੇ ਉੱਪਰ ਖੜਾ ਰਿਹਾ, ਤੇ ਇੱਕ ਇੱਥੇ ਟਰੀ ਹੈ ਸਾਡੇ ਕੋਲ, ਟਰੀ ਜਿਹੜਾ ਸਟਿਲ ਹੈ। ਤੇ ਜਦੋਂ ਇਹ ਬੱਸ ਮੂਵ ਕਰੇਗੀ, ਦੇਖੋ ਜਦੋਂ ਇਹ ਬੱਸ ਮੂਵ ਕੀਤੀ ਇੱਧਰ, ਤਾਂ ਹੁਣ ਅਲੱਗ-ਅਲੱਗ ਜਿਹੜੇ ਆਬਜ਼ਰਵਰ ਹੈ ਉਹਨਾਂ ਦਾ ਫਰੇਮ ਆਫ ਰੈਫਰੈਂਸ ਅਲੱਗ-ਅਲੱਗ ਹੈ, ਠੀਕ ਹੈ ਨਾ। ਤੇ ਜਿਹੜੇ ਤਾਂ ਇਹ ਬੱਸ ਦੇ ਉੱਪਰ X ਤੇ Y ਦੋ ਜਿਹੜੇ ਆਬਜ਼ਰਵਰ ਖੜੇ ਸੀ, ਉਹ ਕਹਿ ਰਹੇ ਆ ਕਿ ਟਰੀ ਐਂਡ ਮੈਨ Z ਵਰ ਇਨ ਮੋਸ਼ਨ, ਕਿਉਂਕਿ ਇਹ ਆਪ ਖੁਦ ਮੋਸ਼ਨ 'ਚ ਸੀਗੇ। ਜਦੋਂ ਅਸੀਂ ਕਿਸੇ ਬੱਸ 'ਚ ਬੈਠ ਕੇ ਸਫ਼ਰ ਕਰਦੇ ਹਾਂ, ਜਾਂ ਸਾਈਕਲ ਚਲਾਉਂਦੇ ਹਾਂ, ਜਾਂ ਕਾਰ 'ਚ ਜਾਂਦੇ ਹਾਂ, ਤਾਂ ਸਾਨੂੰ ਇਹ ਲੱਗਦਾ ਕਿ ਜਿਹੜੇ ਸੜਕ ਦੇ ਆਲੇ ਦੁਆਲੇ ਟਰੀਜ਼ ਹੈ ਉਹ ਪਿੱਛੇ ਭੱਜ ਰਹੇ ਆ, ਠੀਕ ਹੈ ਨਾ, ਉਹ ਪਿੱਛੇ ਨੂੰ ਭੱਜ ਰਹੇ ਆ। ਸੋ ਇਹਦਾ ਮਤਲਬ ਕਿ ਇਹ ਆਬਜ਼ਰਵਰ ਜਿਹੜੇ ਹੈ ਬੱਸ ਦੇ ਉੱਪਰ ਖੜੇ ਸੀ, ਇਹਨਾਂ ਨੂੰ ਵੀ ਇਦਾਂ ਲੱਗਿਆ ਕਿ ਇੱਕ ਵਿਅਕਤੀ ਜਿਹੜਾ ਸੜਕ ਦੀ ਸਾਈਡ ਤੇ ਖੜਿਆ ਸੀਗਾ, ਜਾਂ ਇੱਕ ਟਰੀ ਜਿਹੜਾ ਸੜਕ ਦੀ ਸਾਈਡ ਤੇ ਹੈ ਉਹ ਪਿੱਛੇ ਨੂੰ ਜਾ ਰਿਹਾ। ਸੋ ਇਸ ਕਰਕੇ ਇਹਨਾਂ ਨੇ ਇਹ ਕਹਿਤਾ ਕਿ ਟਰੀ ਐਂਡ ਮੈਨ Z ਵਰ ਇਨ ਮੋਸ਼ਨ। ਤੇ ਦੂਜੇ ਪਾਸੇ ਜਦੋਂ ਜਿਹੜਾ X ਮੈਨ ਹੈ ਉਹ Y ਮੈਨ ਦੇ ਬਾਰੇ ਚ ਕਿਆ ਕਹਿ ਰਿਹਾ, ਉਹ ਕਹਿੰਦਾ ਮੈਨ Y ਵਾਜ਼ ਇਨ ਰੈਸਟ, ਕਿਉਂਕਿ ਉਹ ਇੱਕੋ ਹੀ ਬੱਸ ਦੇ ਉੱਪਰ ਸੀਗਾ, ਉਹਨਾਂ ਦਾ ਫਰੇਮ ਆਫ ਰੈਫਰੈਂਸ ਜਿਹੜਾ ਸੇਮ ਸੀਗਾ, ਇਸ ਕਰਕੇ ਉਹ ਇੱਕ ਦੂਜੇ ਨੂੰ ਰੈਸਟ 'ਚ ਸਮਝਦੇ ਸੀ। ਇਸੇ ਤਰ੍ਹਾਂ Y ਜਿਹੜਾ ਹੈ ਉਹ ਕਹਿ ਰਿਹਾ ਕਿ X ਰੈਸਟ 'ਚ ਹੈ, ਤੇ X ਕਹਿ ਰਿਹਾ Y ਰੈਸਟ 'ਚ ਹੈ। ਉਹਨਾਂ ਨੂੰ ਇੱਕ ਦੂਜੇ ਨੂੰ ਕਿਉਂ ਲੱਗਿਆ ਕਿ ਅਸੀਂ ਰੈਸਟ ਵਿੱਚ ਹੈ? ਕਿਉਂਕਿ ਉਹ ਸੇਮ ਫਰੇਮ ਆਫ ਰੈਫਰੈਂਸ ਦੇ ਵਿੱਚ ਸੀਗੇ, ਇੱਕੋ ਹੀ ਬੱਸ ਦੇ ਉੱਪਰ ਖੜ ਕੇ ਉਹ ਮੂਵ ਕਰ ਰਹੇ ਸੀ। ਪਰ ਜਿਹੜਾ ਟਰੀ ਹੈ ਤੇ ਮੈਨ Z ਹੈ ਉਹ ਅਲੱਗ ਫਰੇਮ ਆਫ ਰੈਫਰੈਂਸ ਦੇ ਵਿੱਚ ਸੀਗੇ, ਤੇ ਉਹ ਉਹਨਾਂ ਨੂੰ ਇਦਾਂ ਲੱਗਿਆ ਕਿ ਇਹ ਪਿੱਛੇ ਮੂਵ ਕਰ ਰਹੇ ਸੀ। ਇਸੇ ਤਰ੍ਹਾਂ ਜਿਹੜਾ ਮੈਨ Z ਹੈ ਉਹ ਕਹਿ ਰਿਹਾ ਸੀ, ਉਹ ਕਹਿੰਦਾ ਕਿ ਟਰੀਜ਼ ਸਟਿਲ ਇਨ ਰੈਸਟ, ਉਹ ਕਹਿੰਦਾ ਟਰੀ ਤਾਂ ਹੁਣ ਵੀ ਰੈਸਟ ਵਿੱਚ ਹੈ, ਠੀਕ ਹੈ, ਪਰ X ਤੇ Y ਜਿਹੜੇ ਆ ਉਹ ਮੋਸ਼ਨ 'ਚ ਸੀਗੇ। ਸੋ ਇਸ ਤਰ੍ਹਾਂ ਅਸੀਂ ਜਿਹੜਾ ਹੈ ਫਰੇਮ ਆਫ ਰੈਫਰੈਂਸ ਨੂੰ ਅੰਡਰਸਟੈਂਡ ਕਰ ਸਕਦੇ ਹਾਂ ਇਸ ਐਗਜ਼ਾਮਪਲ ਦੇ ਨਾਲ। ਉਸ ਤੋਂ ਬਾਅਦ ਬੇਟਾ ਹੈ ਕਿ ਮੋਸ਼ਨ ਜਿਹੜਾ 1, 2 ਐਂਡ 3 ਡਾਇਮੈਂਸ਼ਨ ਦੇ ਵਿੱਚ ਕਿਸ ਤਰ੍ਹਾਂ ਹੁੰਦਾ। ਮੋਸ਼ਨ ਨੂੰ ਅਸੀਂ ਇਸ ਤਰ੍ਹਾਂ ਵੀ ਕੈਟੇਗਰਾਈਜ਼ ਕਰ ਸਕਦੇ ਹਾਂ ਕਿ 1 ਡਾਇਮੈਂਸ਼ਨਲ ਮੋਸ਼ਨ, ਠੀਕ ਹੈ, ਤੇ 2 ਡਾਇਮੈਂਸ਼ਨਲ ਮੋਸ਼ਨ ਤੇ 3 ਡਾਇਮੈਂਸ਼ਨਲ ਮੋਸ਼ਨ। ਸੋ ਸਭ ਤੋਂ ਪਹਿਲਾਂ 1 ਡਾਇਮੈਂਸ਼ਨਲ ਮੋਸ਼ਨ ਨੂੰ ਅਸੀਂ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਹੁਣ ਦੇਖੋ ਇਹ ਇੱਕ ਸਾਡੇ ਕੋਲ ਫਰੇਮ ਆਫ ਰੈਫਰੈਂਸ ਆ ਗਿਆ ਪਹਿਲੇ ਦੀ ਤਰ੍ਹਾਂ, ਠੀਕ ਹੈ, ਇਹ ਇੱਥੇ X ਐਕਸਿਸ ਹੋ ਗਿਆ, ਠੀਕ ਹੈ, ਤੇ ਇਹ ਸਾਡੇ ਕੋਲ Y ਐਕਸਿਸ ਹੈ, ਤੇ ਇਹ ਸਾਡੇ ਕੋਲ Z ਐਕਸਿਸ ਹੈ। ਹੁਣ what is 1 dimensional motion? The motion of an object is said to be
one dimensional motion if only one out of the three coordinates specifying the position of the object changes with respect to time। ਤਿੰਨਾਂ ਵਿੱਚੋਂ ਜਦੋਂ ਕਿਸੇ ਇੱਕ ਐਕਸਿਸ ਦੇ ਵੱਲ ਕੋਈ ਆਬਜੈਕਟ ਮੂਵ ਕਰਦਾ ਹੋਵੇ, ਬਾਕੀ ਜਿਹੜੇ ਐਕਸਿਸ ਹੈ ਉਹ ਜ਼ੀਰੋ ਹੋ ਜਾਣ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਮੋਸ਼ਨ ਜਿਹੜਾ ਹੈ वन डायमेंशनल मोशन है। ਹੁਣ ਜਿਸ ਤਰ੍ਹਾਂ ਤੁਹਾਨੂੰ ਮੈਂ ਐਨੀਮੇਟ ਕਰਕੇ ਦਿਖਾਣਾ ਹੈ। ਹੁਣ ਦੇਖੋ ਇਹ ਮੇਰੇ ਕੋਲ ਇੱਕ ਆਬਜੈਕਟ ਹੈ ਇਹ ਵਾਲਾ, ਸੋ ਇਹ ਇਸ ਵੇਲੇ ओरिजिन पोजीशन ਤੇ ਹੈ, ਉਹ ਪੋਜੀਸ਼ਨ ਤੇ ਹੈ। ਆ ਜਿਹੜਾ O ਹੈ ਸ਼ੋ ਕਰ ਰਿਹਾ ਕਿ ओरिजिन ਹੈ ਇਹ। ਹੁਣ ਦੇਖੋ ਜਦੋਂ ਇਹ ਮੂਵ ਕਰੇਗਾ, ਆ ਦੇਖੋ ਇਹ ਮੂਵ ਕਰ ਰਿਹਾ, ਇਹ ਸਿਰਫ x ਐਕਸਿਸ ਵੱਲ ਮੂਵ ਕੀਤਾ, ਇਹਨੇ y ਐਕਸਿਸ ਵੱਲ ਇਸ ਸਾਈਡ ਦੇ ਡਾਇਰੈਕਸ਼ਨ 'ਚ ਨਾ ਉੱਪਰ ਨੂੰ ਗਿਆ ਇਹ, ਨਾ ਕਿਸੇ ਹੋਰ ਸਾਈਡ ਤੇ ਗਿਆ, ਇਹ ਬਿਲਕੁਲ ਇੱਕ ਐਕਸਿਸ ਦੀ ਡਾਇਰੈਕਸ਼ਨ ਵਿੱਚ ਗਿਆ। ਸੋ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਦਿਸ ਇਜ਼ ਮੋਸ਼ਨ ਇਨ वन डायमेंशन, ਇੱਕੋ ਹੀ ਡਾਇਮੈਂਸ਼ਨ ਹੋਏਗੀ ਇਹਦੀ। ਜੇ ਹੁਣ ਦੇਖੀਏ ਆਪਾਂ ਕਿੰਨੇ ਯੂਨਿਟ ਗਿਆ ਹੈ, ਤਾਂ ਇਹ x = 7 ਯੂਨਿਟਸ ਗਿਆ। ਇਸੇ ਤਰ੍ਹਾਂ ਇਹ ਹੈ ਮੋਸ਼ਨ ਇਨ टू डायमेंशनस। ਤੁਸੀਂ ਪਿਛਲੀਆਂ ਕਲਾਸਾਂ ਦੇ ਵਿੱਚ ਗ੍ਰਾਫ ਬਣਾਇਆ ਹੋਣਾ, ਠੀਕ ਹੈ ਨਾ। ਤੇ ਹੁਣ ਇਹ ਇੱਕ ਗ੍ਰਾਫ ਦਾ ਪੇਪਰ ਹੈ ਜਿਹਦੇ ਉੱਪਰ ਇੱਕ x ਐਕਸਿਸ ਹੈ, ਠੀਕ ਹੈ ਨਾ, ਇਹ ਵਾਲਾ x ਐਕਸਿਸ ਹੈ ਤੇ ਇਹ ਵਾਲਾ y ਐਕਸਿਸ ਹੈ। ਸੋ ਇੱਥੇ ਦੋ ਡਾਇਮੈਂਸ਼ਨਸ ਹੋ ਗਈਆਂ, ਇੱਕ मतलब x डायरेक्शन ਦੇ ਵਿੱਚ, ਇੱਕ y डायरेक्शन ਦੇ ਵਿੱਚ। ਹੁਣ ਦੇਖੋ ਮੰਨ ਲਓ ਅਸੀਂ ਕੋਈ ਪੁਆਇੰਟ ਲੋਕੇਟ ਕਰਦੇ ਹਾਂ, ਤੁਹਾਡੇ ਟੀਚਰ ਨੇ ਤੁਹਾਨੂੰ ਕਿਹਾ ਕਿ ਇੱਕ ਪੁਆਇੰਟ ਲਗਾਓ ਆਪਣੇ ਗ੍ਰਾਫ ਪੇਪਰ ਦੇ ਉੱਪਰ, ਤੁਸੀਂ ਇੱਕ ਪੁਆਇੰਟ ਲਗਾਤਾ। ਹੁਣ ਇਸ ਪੁਆਇੰਟ ਨੂੰ ਤੁਸੀਂ ਕਿਆ ਨਾਮ ਦਿਓਗੇ, ਠੀਕ ਹੈ ਨਾ। ਤੁਸੀਂ ਦੇਖੋਗੇ ਕਿ ਇਹ x ਐਕਸਿਸ ਦੇ ਉੱਪਰ ਕਿੰਨਾ ਗਿਆ ਤੇ y ਐਕਸਿਸ ਦੇ ਉੱਪਰ ਕਿੰਨਾ ਗਿਆ। ਜੇ ਤੁਸੀਂ ਦੇਖੋ x ਐਕਸਿਸ ਇਸ ਸਾਈਡ ਤੇ ਕਿੰਨਾ ਗਿਆ ਤੇ y ਐਕਸਿਸ ਵੱਲ ਕਿੰਨਾ ਗਿਆ, ਤਾਂ ਤੁਹਾਨੂੰ ਨਜ਼ਰ ਆਏਗਾ ਇਹ कि x एक्सिस वाल ये 4 पॉइंट गया, आ देखो ये 4 के सामने है, ते y दे 3 पॉइंट्स गया। सो इस पॉइंट का नाम हो गया 4 3, ठीक है ना। सो कितनी डायमेंशन शो कर रहा है, दो, एक 4 ते एक 3। सो 4 ਜਿਹੜਾ ਹੈ ਉਹ x एक्सिस ਦੇ ਉੱਪਰ ਹੈ ਤੇ 3 ਜਿਹੜਾ ਹੈ ਉਹ y एक्सिस ਦੇ ਉੱਪਰ ਹੈ। ਸਿਮਿਲਰਲੀ ਮੰਨ ਲਓ ਅਸੀਂ ਇੱਕ ਹੋਰ ਪੁਆਇੰਟ ਲੈਣੇ ਆ। ਸੋ ਇਹ ਪੁਆਇੰਟ ਹੁਣ ਦੇਖ ਕੇ ਦੱਸੋ ਕਿ x एक्सिस ਤੇ ਕਿੰਨਾ ਹੈ ਤੇ y एक्सिस ਤੇ ਕਿੰਨਾ ਹੈ। ਬਿਲਕੁਲ ਤੁਸੀਂ ਠੀਕ ਦੱਸ ਰਹੇ ਹੋ। जे x एक्सिस ਤੇ देखिए तो 2 पॉइंट है, जे y एक्सिस ਤੇ देखिए ਤਾਂ ਇਹ 3 पॉइंट है पर नेगेटिव डायरेक्शन 'ਚ है। ਸੋ ਇਹਦਾ ਜਿਹੜਾ ਇਸ ਪੁਆਇੰਟ ਦੀ ਨੂੰ ਆਪਾਂ ਕਿਦਾਂ ਇਹਦਾ ਐਡਰੈਸ ਦੇਾਂਗੇ, ਅਸੀਂ ਕਹਾਂਗੇ ਕਿ ਇਹ 2 - 3, ਮਤਲਬ x एक्सिस ਤੇ 2 ਤੇ y एक्सिस ਤੇ -3 ਹੈ। ਸਿਮਿਲਰਲੀ ਇੱਕ ਹੋਰ ਪੁਆਇੰਟ ਗ੍ਰੀਨ ਕਲਰ ਦਾ ਤੁਹਾਡੇ ਸਾਹਮਣੇ ਆ ਗਿਆ। ਹੁਣ ਇਹਨੂੰ ਦੇਖੋ, ਸੋ -2 ਤੇ 2, x एक्सिस ਤੇ -2 है ਇਹ, ठीक है ना। आ देखो आ 2 ਜਿਹੜਾ ਹੈ ਇਹ 네ਗੇਟਿਵ ਡਾਇਰੈਕਸ਼ਨ 'ਚ ਹੈ, ਪੋਜ਼ਿਟਿਵ x ਜਿਹੜਾ ਹੈ ਇੱਧਰ ਹੈ ਤੇ 네ਗੇਟਿਵ x ਜਿਹੜਾ ਹੈ ਆਪੋਜ਼ਿਟ ਸਾਈਡ ਤੇ ਇੱਧਰ ਹੈ। ਸੋ ਇੱਥੇ x ਤੇ -2 ਹੈ ਤੇ y ਕਿਉਂਕਿ ਪੋਜ਼ਿਟਿਵ y ਐਕਸਿਸ ਵੱਲ ਹੈ ਇਹ +2 ਹੈ। ਸੋ ਬੇਟਾ ਜੇ ਅਸੀਂ ਕਈ ਗੇਮਾਂ ਖੇਡਦੇ ਹਾਂ ਜਿਹਦੇ 'ਚ 2 ਡਾਇਮੈਂਸ਼ਨਲ ਮੋਸ਼ਨ ਦੀ ਗੱਲ ਹੁੰਦੀ ਹੈ, ਸੋ ਇੱਕ ਗੇਮ ਹੈ ਉਹਦੇ ਚੋਂ ਕੈਰਮ ਬੋਰਡ। ਹੁਣ ਦੇਖੋ ਤੁਹਾਡੇ ਸਾਹਮਣੇ ਕੈਰਮ ਬੋਰਡ ਦੀ ਗੇਮ ਚੱਲ ਰਹੀ ਹੈ, ठीक है। ਤੁਹਾਡਾ ਵੀ ਮਨ ਕਰ ਗਿਆ ਹੁਣ ਵੀ ਅਸੀਂ ਖੇਡੀਏ। ਹੁਣ ਦੇਖੋ ਇਹ ਸ਼ਾਟ ਜਦੋਂ ਵੱਜ ਰਹੇ ਆ ਤਾਂ ਇੱਥੇ ਕਿੰਨੀਆਂ ਡਾਇਰੈਕਸ਼ਨ ਦੇ ਵਿੱਚ ਆਪਾਂ ਜਾ ਸਕਦੇ ਹਾਂ। ਜੇ ਅਸੀਂ ਇਹਦੇ ਉੱਪਰ ਵੀ ਐਕਸਿਸ ਮਾਰਕ ਕਰ ਲਈਏ, ਇੱਕ ਨੂੰ ਅਸੀਂ ਕਹਿ ਦਈਏ ਕਿ ਇਹ ਐਕਸ ਐਕਸਿਸ ਹੈ, ਦੂਜੇ ਨੂੰ ਆਪਾਂ ਕਹਿ ਦਈਏ ਕਿ ਇਹ ਵਾਈ ਐਕਸਿਸ ਹੈ, ਠੀਕ ਹੈ। ਤਾਂ ਜਿਹੜੀ ਇਹ ਗੋਟੀ ਜਿਹੜੀ ਇਦਾਂ ਜਾ ਰਹੀ ਹੈ ਤਾਂ ਉਹਦੀ ਵੈਲਿਊ ਜਿਹੜੀ ਹੈ ਕਿਸੇ ਪੁਆਇੰਟ ਤੇ ਜਾ ਕੇ ਐਕਸ ਦੀ ਕੁਝ ਵੈਲਿਊ ਹੋਏਗੀ ਤੇ ਵਾਈ ਦੀ ਵੀ ਕੁਝ ਵੈਲਿਊ ਹੋਏਗੀ। ਸੋ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ 2 ਡਾਇਮੈਂਸ਼ਨਲ ਮੋਸ਼ਨ ਹੈ। ਜਦੋਂ ਅਸੀਂ ਸਟ੍ਰਾਈਕਰ ਦੇ ਨਾਲ ਸਟ੍ਰਾਈਕ ਕਰਦੇ ਹਾਂ ਤੇ ਬਾਕੀ ਗੋਟੀਆਂ ਨੂੰ ਸਟ੍ਰਾਈਕ ਕਰਦੇ ਹਾਂ ਤਾਂ ਉਹਨਾਂ ਦਾ ਮੋਸ਼ਨ ਕਿਹੜਾ ਹੋਏਗਾ, 2 ਡਾਇਮੈਂਸ਼ਨਲ ਮੋਸ਼ਨ ਹੋਏਗਾ, ਕਿਉਂਕਿ ਜਾਂ ਤਾਂ ਉਹ x ਐਕਸਿਸ ਵੱਲ ਜਾਣਗੇ ਜਾਂ y ਵੱਲ ਜਾਣਗੇ ਜਾਂ ਕੰਬਾਈਨਡ x ਤੇ y ਮਿਕਸ ਹੋ ਕੇ ਜਾਣਗੇ, ਜਿੱਦਾਂ ਕਿ ਅਸੀਂ ਪਹਿਲਾਂ ਗ੍ਰਾਫ ਪੇਪਰ ਦੇ ਵਿੱਚ ਇੱਥੇ ਪੁਆਇੰਟਸ ਜਿਹੜੇ ਆ ਇਹ ਲਗਾਏ ਸੀਗੇ। ਸੋ ਇਹ ਇੱਕ ਹੋਰ ਐਗਜ਼ਾਮਪਲ ਹੈ 2 ਡਾਇਮੈਂਸ਼ਨਲ ਮੋਸ਼ਨ ਦੀ। ਸੋ ਇੱਥੇ ਦੇਖੋ ਇਹ ਆਬਜੈਕਟ ਪਿਆ ਤੁਹਾਡੇ ਸਾਹਮਣੇ, ਠੀਕ ਹੈ। ਆ ਆਬਜੈਕਟ ਹੈਗਾ ਤੇ ਇੱਥੇ ਅਗੇਨ ਉਹੀ x ਐਕਸਿਸ ਹੈ ਤੇ ਇਹ ਤੁਹਾਡਾ x ਐਕਸਿਸ ਹੋ ਗਿਆ ਤੇ ਇਹ ਤੁਹਾਡਾ y ਐਕਸਿਸ ਹੋ ਗਿਆ ਤੇ ਇਹ z ਐਕਸਿਸ ਹੋ ਗਿਆ। ਤੇ ਹੁਣ ਜਦੋਂ ਇਹ ਆਬਜੈਕਟ ਚੱਲੇਗਾ, ਪਹਿਲਾਂ ਪਿਛਲੀ ਵਾਰ ਤੁਸੀਂ ਦੇਖਿਆ ਸੀ 1 ਡਾਇਮੈਂਸ਼ਨਲ ਮੋਸ਼ਨ ਦੇ ਵਿੱਚ ਉਹ ਇੱਕੋ ਹੀ ਐਕਸਿਸ ਦੇ ਵੱਲ ਗਿਆ ਸੀਗਾ। ਹੁਣ ਆਪਾਂ ਦੇਖਦੇ ਹਾਂ ਕਿ 2 ਡਾਇਮੈਂਸ਼ਨਲ ਮੋਸ਼ਨ 'ਚ ਇਹ ਆਬਜੈਕਟ ਕਿੱਥੇ ਜਾਏਗਾ। ਲੈਟ ਅਸ ਚੈੱਕ।
देखो ये चलना शुरू हो गया, सो इत्थे पहुंच गया ये। ठीक है, जे हुण असीं इस जगह के उपर देखना होवे कि ये वाला ऑब्जेक्ट जिहड़ा है ये किहड़ी डायरैक्शन च किन्ना चलिया, एक्स ਵੱਲ ਨੂੰ 9 यूनिट ਚੱਲਿਆ, ਜਿੱਦਾਂ ਕਿ ਤੁਸੀਂ ਇਹ ਦੇਖ ਰਹੇ ਹੋ ਗ੍ਰਾਫ ਬਣਿਆ ਹੋਇਆ ਇਹਦੇ ਤੇ 9 ਪੁਆਇੰਟਸ एक्स एक्सिस ਵੱਲ ਤੇ ਇਹ 3 ਪੁਆਇੰਟ ਜਿਹੜਾ ਹੈ वाई एक्सिस ਵੱਲ, ਤੇ ਇਹਦਾ ਪੁਆਇੰਟ ਦਾ ਫਿਰ ਐਡਰੈਸ ਕਿਹੜਾ ਹੋ ਗਿਆ 93, ਮਤਲਬ ਇਹਦਾ एक्स एक्सिस ਵੱਲ 9 यूनिट्स ਤੇ वाई ਵੱਲ 3 ਪੁਆਇੰਟਸ, ਸੋ ਇਹਨੂੰ ਆਪਾਂ ਕਹਿ ਦਾਂਗੇ 93 ਪੁਆਇੰਟ ਹੈ ਇਹ। ਸੋ ਇਹ ਵੀ ਇੱਕ ਜਿਹੜਾ ਹੈ 2 ਡਾਇਮੈਂਸ਼ਨਲ ਮੋਸ਼ਨ ਦੀ ਐਗਜ਼ਾਮਪਲ ਸੀਗੀ। ਸੋ ਬੇਟਾ ਨੈਕਸਟ ਸਲਾਈਡ ਆ ਗਈ ਹੈ ਸਾਡੇ ਕੋਲ 3 ਡਾਇਮੈਂਸ਼ਨਲ ਮੋਸ਼ਨ ਦੀ। ਹੁਣ ਦੇਖੋ 3 ਡਾਇਮੈਂਸ਼ਨਲ ਮੋਸ਼ਨ ਦੇ ਵਿੱਚ ਸਾਡੇ ਕੋਲ ਇੱਕ ਸਟਾਰ ਹੈ, ਦੇਖੋ ਇਹ ਸਟਾਰ ਹੈ, ਇਹ ਇਸ O ਪੁਆਇੰਟ ਤੋਂ ਇਹਨੇ ਚੱਲਣਾ ਸ਼ੁਰੂ ਕੀਤਾ ਮੰਨ ਲਓ, ਤੇ ਚਲਦੇ ਚਲਦੇ ਇਹ ਇਸ ਪਾਥ ਦੇ ਉੱਪਰ Q ਪੁਆਇੰਟ ਤੇ ਆ ਗਿਆ। ਠੀਕ ਹੈ, ਤੇ ਹੁਣ ਜਦੋਂ ਇਹ P ਪੁਆਇੰਟ ਤੇ ਸੀਗਾ ਤਾਂ ਅਸੀਂ ਇੱਥੇ ਜੇਕਰ ਇਹਦੀ ਦੇਖਣੀ ਹੋਵੇ ਕਿ ਇਹ ਮਤਲਬ किस जगह के उपर है, तो एक्स एक्सिस के उपर भी कुछ ना कुछ इन्हें मूव किया। ठीक है, वाई एक्सिस के उपर भी कुछ ना कुछ मूव किया, ते जेड एक्सिस से भी कुछ ना कुछ मूव किया। सो जिस तरह असीं किसी बॉल नूं हवा च उछाल दईए, या कोई काइट जिहड़ी है वो उड़ रही है, मान लो ये काइट उड़ रही है, देखो आ काइट है, ठीक है ना, ये उड़ रही है उपर, तो हुण देखो ये हर पासे तो इहदी कुछ ना कुछ दूरी है, एक्स एक्सिस से भी कुछ ना कुछ दूरी होएगी, इहदी इत्थे भी दूरी होएगी, इसी तरह वाई एक्सिस से भी कुछ ना कुछ दूरी होएगी, ते जेड एक्सिस से भी कुछ ना कुछ दूरी होएगी। सो इस तरह के मोशन नूं आपां 3 डायमेंशनल मोशन कह दिंदे आ, जां सिंपल लैंगुएज दे विच असीं कह दिंदे आ 3D। तुसीं 3D मूवीज भी देखियां होणीਆਂ, जे तुसीं कदे कपूरथले गए हो साइंस सिटी दे विच तां उत्थे एक 3D मूवी दिखाते हैं। ठीक है ना, जदों स्नेक तुहाडे वल मूव करदा तां तुहानूं ऐ लगदा कि ये स्नेक मैनूं कट्टण आ रिहा। ठीक है ना, क्योंकि वो 3D मूवी है, वो 3 डायमेंशन दे विच चलदी है, पर जदों असीं कागज़ दे उपर कोई ड्राइंग बनाने तां वो 2D हो जांदा। सो एक होर एग्जांपल दे नाल तुहानूं समझाने आ कि 3D जिहड़ा है मोशन किस तरह हुंदा। मान लो आपां एक पॉइंट नूं आपां लोकेट करना, देखो ये मेरे कोल एक ऑब्जेक्ट है, स्टार्टिंग च ओरिजिन ते पिया, आ देखो हुण इहने चलना शुरू करना, देखो ध्यान नाल देखियो। सो सब तो पहलां ये एक्स एक्सिस वल गया, ठीक है, फिर उस तो बाद वाई एक्सिस वल गया, ते फिर उस तो बाद जेड एक्सिस वल गया। ठीक है ना, हुण जदों ये तिन्ना पासे गया तां ये एट लास्ट जिहड़ा है साडे कोल इत्थे पहुंच गया। हुण एक्स एक्सिस वल किन्ना गया सी, ये 10 यूनिट। ठीक है, वाई एक्सिस वल किन्ना गया, ये 3 यूनिट, ते जेड एक्सिस वल किन्ना गया 6 यूनिट। सो एट लास्ट ये पॉइंट ये जिहड़ा स्टार है कित्थे पहुंच गया, ये पहुंच गया 10 3 6 दे उपर। जिस तरह ग्राफ के उपर तो असीं सिर्फ 2 वैल्यूज ही दिखांदे ना, ਆਪਾਂ 10 ਤੇ 3 ਕਹਿ ਸਕਦੇ ਆ, ਪਰ ਜੇ ਉਹੀ ਗ੍ਰਾਫ ਵਾਲੇ ਪੁਆਇੰਟ ਨੂੰ ਅਸੀਂ ਥੋੜਾ ਜਿਹਾ ਉੱਚਾ ਚੁੱਕ ਦਈਏ, ਉਸੇ ਜਗ੍ਹਾ ਤੇ ਰਹਿਣ ਦਈਏ ਪਰ ਉਹਨੂੰ ਹਾਈਟ ਤੇ ਲੈ ਜਾਈਏ, ਤਾਂ ਉਹ ਸਾਡੇ ਕੋਲ ਤੀਜੀ ਡਾਇਮੈਂਸ਼ਨ ਆ ਜਾਏਗੀ। ਜਿੱਦਾਂ ਕਿ ਇੱਥੇ ਇਹ ਸਟਾਰ ਆਇਆ ਸੀਗਾ ਉੱਪਰ ਨੂੰ, ਤਾਂ ਇਹ ਕਿੰਨੇ ਯੂਨਿਟ ਉੱਪਰ ਆਇਆ 6 ਯੂਨਿਟ। ਸੋ ਗ੍ਰਾਫ ਦੇ ਉੱਪਰ ਸਾਡੇ ਕੋਲ 2 ਹੀ ਵੈਲਿਊਜ਼ ਹੁੰਦੀਆਂ, ਤੇ ਇੱਥੇ 3 ਡਾਇਮੈਂਸ਼ਨਲ ਮੋਸ਼ਨ ਦੇ ਵਿੱਚ ਸਾਡੇ ਕੋਲ 3 ਵੈਲਿਊਜ਼ ਆ ਗਈਆਂ। ਸੋ ਦਿਸ ਇਜ਼ ਕਾਲਡ ਮੋਸ਼ਨ ਇਨ 3 ਡਾਇਮੈਂਸ਼ਨਸ। सो उस तो बाद है बेटा डिस्प्लेसमेंट। डिस्प्लेसमेंट जिहड़ा है ਉਹ ਜਦੋਂ 3 ਡਾਇਮੈਂਸ਼ਨਲ ਮੋਸ਼ਨ, ਵੈਸੇ 1 ਡਾਇਮੈਂਸ਼ਨਲ ਚ ਵੀ ਹੁੰਦਾ, ਇਹ 2 ਚ ਵੀ ਹੁੰਦਾ, 3 ਚ ਵੀ ਹੁੰਦਾ, ਆਪਾਂ 3 ਦੀ ਗੱਲ ਕਰਾਂਗੇ। ਸੋ 3 ਡਾਇਮੈਂਸ਼ਨਲ ਮੋਸ਼ਨ ਦੇ ਵਿੱਚ ਮੰਨ ਲਓ ਇੱਕ ਪੁਆਇੰਟ P ਹੈ, ਆਹ ਪੁਆਇੰਟ P ਹੈ, ਤੇ ਇਹਦਾ ਐਡਰੈਸ ਜਿੱਦਾਂ ਅਸੀਂ ਹੁਣ ਪਿੱਛੇ ਦੇਖਿਆ ਪਿਛਲੀ ਸਲਾਈਡ ਦੇ ਵਿੱਚ, ਉਹਦੇ ਚ ਸੀਗਾ 10 3 6 ਸੀਗਾ आई थिंक। ਤੇ ਹੁਣ ਮੰਨ ਲਓ ਅਸੀਂ ਕੋਈ ਪੁਆਇੰਟ ਐਗਜ਼ੈਕਟ ਨਹੀਂ ਲਿਆ, ਅਸੀਂ ਵੈਲਿਊਜ਼ ਲੈ ਲੈਂਦੇ ਉਹਦੀਆਂ x1 y1 ਤੇ z1, ਤੇ ਉਹੀ ਆਬਜੈਕਟ ਜਿਹੜਾ ਬਾਅਦ ਚ ਮੂਵ ਕਰਕੇ ਸਾਡੇ ਕੋਲ ਪਹੁੰਚ ਗਿਆ ਇੱਥੇ। ਸੋ ਇੱਥੇ ਜਿਹੜੀ ਉਹਦੀ ਵੈਲਿਊ ਹੈ ਉਹ ਹੈ x2 y2 ਤੇ z2। ਤੇ ਹੁਣ ਡਿਸਪਲੇਸਮੈਂਟ ਕਿੰਨਾ ਹੋਏਗਾ, ਹੁਣ ਡਿਸਪਲੇਸਮੈਂਟ ਜੋ ਹੁੰਦਾ ਕਿ ਜਿਹੜਾ ਚੇਂਜ ਇਨ ਪੋਜੀਸ਼ਨ ਆ, ਦੇਖੋ ਡੈਫੀਨੇਸ਼ਨ ਦੇਖੋ, the displacement of an object is the change in the position of an object in the fixed direction। ਹੁਣ ਇਸ ਜਗ੍ਹਾ ਦੇ ਉੱਪਰ ਜਦੋਂ ਪੁਆਇੰਟ ਸੀਗਾ, ਫਿਰ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਆ ਗਿਆ, ਤਾਂ ਉਹਦੀ ਪੋਜੀਸ਼ਨ 'ਚ ਕਿੰਨਾ ਚੇਂਜ ਆਇਆ। ਪੋਜੀਸ਼ਨ ਮਤਲਬ ਕਿ ਉਹ ਐਕਸ ਐਕਸਿਸ ਜਿਹੜੀ ਹੈ ਉਹਦੇ 'ਚ ਵੀ ਚੇਂਜ ਆਈ ਹੋਣੀ, ਐਕਸ ਦੀ ਵੈਲਿਊ ਜਿਹੜੀ ਹੈ, ਵਾਈ ਵੈਲਿਊ ਜਿਹੜੀ ਹੈ ਉਹਦੇ 'ਚ ਵੀ ਕੁਛ ਨਾ ਕੁਛ ਚੇਂਜ ਆਈ ਹੋਣੀ,
ਤੇ ਜਿਹੜੀ z ਦੀ ਵੈਲਿਊ ਹੈ ਉਹਦੇ 'ਚ ਵੀ ਕੁਛ ਨਾ ਕੁਛ ਚੇਂਜ ਆਈ ਹੋਣੀ। ਸੋ ਜਦੋਂ ਅਸੀਂ ਤਿੰਨਾਂ ਨੂੰ ਕੰਬਾਈਨ ਕਰਾਂਗੇ ਤਾਂ ਸਾਡੇ ਕੋਲ ਡਿਸਪਲੇਸਮੈਂਟ ਕਿੰਨਾ ਬਣ ਗਿਆ, ਸਾਡੇ ਕੋਲ ਬਣ ਗਿਆ x2 x1, ਕਿਉਂਕਿ x ਡਾਇਰੈਕਸ਼ਨ ਦੇ ਵਿੱਚ ਕਿੰਨੀ ਚੇਂਜ ਆਈ ਉਹ ਦੇਖਾਂਗੇ, ਫਾਈਨਲ ਪੋਜੀਸ਼ਨ ਮਾਈਨਸ ਇਨੀਸ਼ੀਅਲ ਪੋਜੀਸ਼ਨ। ਇਸੇ ਤਰ੍ਹਾਂ ਜਿਹੜਾ y ਐਕਸਿਸ ਹੈ ਉਹਦੇ 'ਚ y2 y1, ਇਸੇ ਤਰ੍ਹਾਂ z ਡਾਇਰੈਕਸ਼ਨ ਦੇ ਵਿੱਚ z2 z1। ਸੋ ਇਹ ਸਾਡੇ ਕੋਲ ਪੋਜੀਸ਼ਨ ਬਣ ਗਈ। ਸੋ ਇਸ ਤਰ੍ਹਾਂ ਦੇਖੋ ਇਹ ਅਸੀਂ ਜਿਹੜਾ ਹੈ ਡਿਸਪਲੇਸਮੈਂਟ ਨੂੰ ਇਸ ਤਰ੍ਹਾਂ ਸ਼ੋ ਕਰ ਸਕਦੇ ਹਾਂ, x2 x1 in the direction of x-axis, in the direction of y-axis y2 y1, and in the direction of z-axis z2 z1। ਤੇ ਜਦੋਂ ਤੁਸੀਂ ਅੱਗੇ ਪੜੋਗੇ, ਹੁਣ ਦੇਖੋ ਇਹਨਾਂ ਦੀ ਡਾਇਰੈਕਸ਼ਨ ਵੀ ਹੋਏਗੀ, ਇਹ ਹਲੇ ਤੁਸੀਂ ਪੜਿਆ ਨਹੀਂ ਹੈ। ਜਿਹੜੀ ਆਹ ਟਰਮ ਹੈ ਇਹਨੂੰ ਆਪਾਂ ਕਹਿੰਦੇ i ਕੈਪ, ਤੇ ਆਹ ਜਿਹੜੀ ਟਰਮ ਇਹਨੂੰ ਕਹਿੰਦੇ ਆਪਾਂ j ਕੈਪ, ਤੇ ਆਹ ਜਿਹੜੀ ਟਰਮ ਹੈ ਤੀਜੀ ਉਹਨੂੰ ਆਪਾਂ ਕਹਿੰਦੇ k ਕੈਪ। ਇਹ x ਐਕਸਿਸ ਦੀ ਡਾਇਰੈਕਸ਼ਨ ਨੂੰ ਸ਼ੋ ਕਰਦਾ i ਕੈਪ, ਤੇ ਜਿਹੜਾ j ਕੈਪ ਹੈ ਉਹ y ਐਕਸਿਸ ਦੀ ਡਾਇਰੈਕਸ਼ਨ ਨੂੰ ਸ਼ੋ ਕਰਦਾ, ਤੇ ਜਿਹੜਾ k ਕੈਪ ਹੈ ਉਹ z ਐਕਸਿਸ ਦੀ ਡਾਇਰੈਕਸ਼ਨ ਨੂੰ ਸ਼ੋ ਕਰਦਾ। ਸੋ ਜਿਹੜਾ x2 x1 ਹੈ ਉਹਦੇ ਨਾਲ ਸਾਡੇ ਕੋਲ ਨੂਮੈਰੀਕਲ ਵੈਲਿਊ ਆਏਗੀ, ਤੇ ਜਿਹੜੇ i ਕੈਪ, j ਕੈਪ ਤੇ k ਕੈਪ ਹੈ ਉਹਦੇ ਨਾਲ ਸਾਡੇ ਕੋਲ ਡਾਇਰੈਕਸ਼ਨ ਆਏਗੀ। ਸੋ ਕਿਉਂਕਿ ਅਸੀਂ 3 ਡਾਇਮੈਂਸ਼ਨਲ ਮੋਸ਼ਨ ਦੇ ਵਿੱਚ ਜਦੋਂ ਡਿਸਪਲੇਸਮੈਂਟ ਬਾਰੇ ਪੜਾਂਗੇ ਤਾਂ ਸਾਨੂੰ ਮੈਗਨੀਟਿਊਡ ਦੀ ਵੀ ਲੋੜ ਪਏਗੀ, ਸਾਨੂੰ ਡਾਇਰੈਕਸ਼ਨ ਦੀ ਲੋੜ ਵੀ ਪਏਗੀ। ਸੋ ਇਸ ਤਰ੍ਹਾਂ ਅਸੀਂ ਡਿਸਪਲੇਸਮੈਂਟ ਜਿਹੜਾ ਹੈ ਉਹਦੇ ਬਾਰੇ ਸਟੱਡੀ ਕਰ ਸਕਦੇ ਹਾਂ। ਸੋ ਇਹ ਜਿਹੜਾ ਡਿਸਪਲੇਸਮੈਂਟ ਹੈ ਦੇਖੋ ਇਸ ਪੁਆਇੰਟ P ਤੋਂ ਲੈ ਕੇ ਇਸ ਪੁਆਇੰਟ Q ਤੱਕ ਜਿਹੜਾ ਹੈ ਇਹ ਮਤਲਬ ਡਿਸਪਲੇਸਮੈਂਟ ਸ਼ੋ ਕਰੇਗਾ। ਇਹ ਮੇਰੇ ਤੋਂ ਲਾਈਨ ਥੋੜੀ ਟੇਢੀ ਵੱਜ ਗਈ, ਇਸ ਤੋਂ ਪਹਿਲਾਂ ਜਿਹੜੀ ਵਾਈਟ ਲਾਈਨ ਹੈ ਉਹ ਬਿਲਕੁਲ ਸਟ੍ਰੇਟ ਹੈ, ਤੇ ਉਹੀ ਜਿਹੜਾ ਹੈ ਡਿਸਪਲੇਸਮੈਂਟ ਹੋਏਗਾ। ਸੋ ਬੇਟਾ ਇਹ ਸੀਗਾ ਲੈਕਚਰ ਅੱਜ ਦਾ, ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਐਨ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਤੇ ਤੁਸੀਂ ਬਹੁਤ ਇੰਜੋਏ ਕੀਤਾ ਹੋਣਾ ਇਹਨੂੰ। ਥੈਂਕ ਯੂ ਵੈਰੀ ਮਚ।